ਜੋ ਨਿਤਨੇਮ ਬਾਣੀਆਂ ਦੀ ਲੜੀਵਾਰ ਵਿਚਾਰ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ ਔਰ ਮਾਲਕ ਪਾਤਸ਼ਾਹ ਜੀ ਆਪ ਰਸਨਾ ਉੱਪਰ ਵਰਤ ਕਰਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ। ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਸਖਣੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਜਾਪ ਸਾਹਿਬ ਚਾਚਰੀ ਛੰਦ ਤਵ ਪ੍ਰਸਾਦ। ਅਰੂਪ ਹੈ ਅਨੂਪ ਹੈ, ਅਜੂ ਹੈ ਅਪੂ ਹੈ, ਅਲੇਖ ਹੈ ਅਪੇਖ ਹੈ, ਅਨਾਮ ਹੈ ਅਕਾਮ ਹੈ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਜਾਪ ਸਾਹਿਬ ਬਾਣੀ ਦੇ ਸਿਰਲੇਖ ਹੇਠ ਚਾਤਰੀ ਛੰਦ ਦੇ ਰੂਪ ਵਿੱਚ ਸੁਭਾਇਮਾਨ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅੱਜ ਭੁਯੰਗ ਪ੍ਰਿਆਤ ਛੰਦ ਤੋਂ ਬਾਅਦ ਵਿੱਚ ਚਾਤਰੀ ਛੰਦ ਦੇ ਰੂਪ ਵਿੱਚ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਸ਼ੋਭਾ ਵਡਿਆਈ ਜਿਹੜੀ ਉਹਨੂੰ ਗਾਇਨ ਕੀਤਾ। ਜਿਸ ਵਕਤ ਆਪਾਂ ਚਾਤਰੀ ਛੰਦ ਨੂੰ ਵਿਚਾਰਦੇ ਹਾਂ, ਚਾਤਰੀ ਦਾ ਮਤਲਬ ਹੈ ਚਾਰ ਪੈਰਾਂ ਵਾਲਾ ਛੰਦ, ਜਿਹਦੀ ਚਾਲ ਉਸੇ ਤਰ੍ਹਾਂ ਭੁਯੰਗ ਪ੍ਰਿਆਤ ਛੰਦ ਵਾਂਗੂ ਚੱਲੇਗੀ, ਕਿਉਂਕਿ ਭੁਯੰਗ ਦਾ ਜਿਹੜਾ ਛੰਦ ਦੀ ਜਦੋਂ ਛੰਦਾਬੰਦੀ ਕੀਤੀ ਜਾਂਦੀ ਤੇ ਉਦੋਂ ਵੀ ਚਾਰ ਚਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਜਿਸ ਵਕਤ ਚਾਤਰੀ ਛੰਦ ਦੀ ਬਨਾਵਟ ਜਾਂ ਛੰਦ ਦੀ ਬਣਤਰ ਹੁੰਦੀ ਤੇ ਉਦੋਂ ਵੀ ਚਾਰ ਚਰਨਾਂ ਦੀ ਹੀ ਵਰਤੋਂ ਹੁੰਦੀ ਹੈ। ਸਤਿਗੁਰੂ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਹੈ। ਚਾਤਰੀ ਛੰਦ ਦੇ ਰੂਪ ਵਿੱਚ ਮਾਲਕ ਜੀ ਕਹਿੰਦੇ, ਪਹਿਲੋਂ ਤੇ ਜ਼ਿਕਰ ਕੀਤਾ ਚਾਤਰੀ ਛੰਦ ਤਵ ਪ੍ਰਸਾਦ। ਹੇ ਅਕਾਲ ਪੁਰਖ ਪਰਮੇਸ਼ਵਰ ਜੀ, ਤੁਹਾਡੀ ਕਿਰਪਾ ਦੇ ਨਾਲ ਇਹ ਚਾਤਰੀ ਛੰਦ ਜਿਹੜਾ ਹੈ ਇਹਨੂੰ ਉਚਾਰਨ ਲੱਗੇ ਆ। ਤਵ ਪ੍ਰਸਾਦ ਮਤਲਬ ਤੇਰੀ ਕਿਰਪਾ। ਤੇਰੀ ਕਿਰਪਾ ਦੇ ਨਾਲ ਇਹ ਚਾਤਰੀ ਛੰਦ ਜਿਹੜਾ ਹੈ ਉਹਦਾ ਉਚਾਰਨ ਕੀਤਾ ਹੈ। ਪਹਿਲੋਂ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਅਰੂਪ ਹੈ, ਅਨੂਪ ਹੈ, ਅਜੂ ਹੈ, ਅਪੂ ਹੈ। ਸਤਿਗੁਰੂ ਜੀ ਨੇ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਵਡਿਆਈ ਕਰਦੇ ਹਨ। ਸਭ ਤੋਂ ਪਹਿਲਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਵੀ ਉਹ ਅਰੂਪ ਹੈ,
ਮਤਲਬ ਉਹਦਾ ਕੋਈ ਖਾਸ ਰੂਪ ਨਹੀਂ ਹੈ। ਹੁਣ ਇੱਕ ਖਿਆਲ ਰੱਖੀਏ, ਪਰਮੇਸ਼ਵਰ ਦੇ ਨਾਮ ਦੇ ਉੱਤੇ ਕਈ ਤਰ੍ਹਾਂ ਦੇ ਸਰੂਪ ਜਿਹੜੇ ਉਹਨਾਂ ਨੂੰ ਬਣਾ ਕੇ ਸੰਸਾਰ ਦੇ ਸਾਹਮਣੇ ਰੱਖਤਾ, ਦੁਨੀਆ ਦੇ ਸਾਹਮਣੇ ਰੱਖਤਾ। ਕਿਸੇ ਨੇ ਕਿਸੇ ਰੂਪ ਵਿੱਚ ਬਣਾਇਆ ਤੇ ਕਿਸੇ ਨੇ ਕਿਸੇ ਰੂਪ ਵਿੱਚ। ਭਗਵਾਨ ਬਣਾ ਕੇ ਪੂਜਿਆ ਜਾ ਰਿਹਾ, ਰੱਬ ਬਣਾ ਕੇ ਪੂਜਿਆ ਜਾ ਰਿਹਾ। ਕੋਈ ਕਿਸੇ ਨੂੰ ਰੱਬ ਬਣਾ ਕੇ ਬੈਠਾ ਤੇ ਕੋਈ ਕਿਸੇ ਨੂੰ। ਚੇਤਾ ਰੱਖੀਏ, ਸਾਰੀਆਂ ਵਸਤੂਆਂ ਜਾਂ ਜੀਵ ਨੇ ਜਿਹੜੇ, ਜਿਨ੍ਹਾਂ ਨੂੰ ਮਨੁੱਖ ਰੱਬ ਬਣਾ ਕੇ ਪੂਜੀ ਜਾਂਦਾ ਹੈ, ਇਹਨਾਂ ਸਾਰਿਆਂ ਦੇ ਵਿੱਚ ਰੱਬ ਮੌਜੂਦ ਤੇ ਹੈ, ਪਰ ਇਹ ਸਾਰੀਆਂ ਵਸਤੂਆਂ ਰੱਬ ਨਹੀਂ। ਸਾਰੀਆਂ ਵਸਤੂਆਂ ਦੇ ਵਿੱਚ ਰੱਬ ਬੈਠਾ ਜ਼ਰੂਰ ਹੈ, ਰੱਬ ਦੀ ਜੋਤ ਕਰਮ ਕਰ ਰਹੀ ਹੈ, ਰੱਬ ਦੀ ਜੋਤ ਵਰਤ ਰਹੀ ਹੈ, ਪਰ ਇਹ ਸਾਰੀਆਂ ਵਸਤੂਆਂ ਨੂੰ ਅਸੀਂ ਰੱਬ ਨਹੀਂ ਕਹਿ ਸਕਦੇ। ਜੇ ਇੱਕ ਰੁੱਖ ਦੀ ਗੱਲ ਕਰਾਂਗੇ ਤੇ ਰੁੱਖ ਵਿੱਚ ਪਰਮਾਤਮਾ ਦੀ ਜੋਤ ਮੌਜੂਦ ਹੈ, ਇਹਦੇ 'ਚ ਕੋਈ ਅੱਤ ਕਥਨੀ ਨਹੀਂ ਹੈ। ਪਰ ਹੁਣ ਉਹ ਰੁੱਖ ਦੇ ਅੰਦਰ ਜਿੱਥੇ ਪਰਮਾਤਮਾ ਦੀ ਜੋਤ ਹੈ, ਹੁਣ ਅਸੀਂ ਉਸ ਰੁੱਖ ਨੂੰ ਰੱਬ ਬਣਾ ਕੇ ਪੂਜ ਨਹੀਂ ਸਕਦੇ। ਪਰ ਇਨਸਾਨੀ ਹਾਲਾਤ ਵੇਖੋ ਕੈਸੇ ਬਣ ਚੁੱਕੇ ਨੇ ਕਿ ਇਹਨੇ ਰੁੱਖ ਨੂੰ ਵੀ ਪਰਮਾਤਮਾ ਬਣਾ ਕੇ ਪੂਜਣਾ ਸ਼ੁਰੂ ਕੀਤਾ, ਇਹਨੇ ਜਾਨਵਰਾਂ ਨੂੰ ਵੀ ਰੱਬ ਬਣਾ ਕੇ ਪੂਜਣਾ ਸ਼ੁਰੂ ਕਰ ਲਿਆ, ਇਹਨੇ ਪੰਛੀ ਤੱਕ ਰੱਬ ਬਣਾ ਕੇ ਪੂਜਣੇ ਸ਼ੁਰੂ ਕਰ ਲਏ। ਇੱਥੋਂ ਤੱਕ ਇਹਨੇ ਦੇਹਧਾਰੀ ਮਨੁੱਖਾਂ ਦਾ ਜਦੋਂ ਜ਼ਿਕਰ ਆਇਆ ਤੇ ਉਹਨਾਂ ਮਨੁੱਖਾਂ ਨੂੰ ਵੀ ਰੱਬ ਬਣਾ ਕੇ ਪੂਜਣ ਲੱਗ ਪਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਮਨਾਂ ਵਿੱਚੋਂ ਇਸ ਭਰਮ ਦੀ ਨਿਵਰਤੀ ਕੀਤੀ ਤੇ ਭਰਮ ਦੀ ਨਿਵਰਤੀ ਕਰਦਿਆਂ ਮਾਲਕ ਜੀ ਕਹਿੰਦੇ ਵੀ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਉਹ ਅਰੂਪ ਹੈ। ਮਤਲਬ ਅਸੀਂ ਕਿਸੇ ਖਾਸ ਵਸਤੂ ਦੇ ਵੱਲ ਹੱਥ ਕਰਕੇ ਜਾਂ ਖਾਸ ਵਸਤੂ ਦਾ ਜ਼ਿਕਰ ਕਰਦਿਆਂ ਹੋਇਆਂ ਇਹ ਨਹੀਂ ਕਹਿ ਸਕਦੇ ਜੀ ਆਹ ਵਸਤੂ ਰੱਬ ਹੈ। ਮੈਂ ਕਿਸੇ ਰੁੱਖ ਤੇ ਹੱਥ ਰੱਖ ਕੇ ਨਹੀਂ ਕਹਿ ਸਕਦਾ ਇਹੀ ਰੁੱਖ ਰੱਬ ਹੈ, ਜਾਂ ਕਿਸੇ ਪੱਥਰ ਦੇ ਉੱਤੇ ਹੱਥ ਰੱਖ ਕੇ ਨਹੀਂ ਮੈਂ ਕਹਿ ਸਕਦਾ ਕਿ ਇਹ ਪੱਥਰ ਜਿਹੜਾ ਇਹ ਰੱਬ ਹੈ, ਜਾਂ ਮੈਂ ਕਿਸੇ ਮਨੁੱਖ ਵੱਲ ਇਸ਼ਾਰਾ ਕਰਕੇ ਨਹੀਂ ਕਹਿ ਸਕਦਾ ਇਹ ਰੱਬ ਹੈ। ਉਹਦਾ ਕੋਈ ਖਾਸ ਰੂਪ ਨਹੀਂ ਹੈ, ਉਹ ਸਾਰੇ ਰੂਪਾਂ ਤੋਂ ਰਹਿਤ ਹੈ। ਤੇ ਜਦੋਂ ਅਸੀਂ ਕਿਸੇ ਇੱਕ ਵਸਤੂ ਦੇ ਵੱਲ ਜਾਂ ਇੱਕ ਪਦਾਰਥ ਦੇ ਵੱਲ ਹੱਥ ਕਰਕੇ ਇਸ਼ਾਰਾ ਕਰਕੇ ਕਵਾਂਗੇ ਕਿ ਇਹ ਰੱਬ ਹੈ, ਤੇ ਸੁਭਾਵਿਕ ਜਿਹੀ ਗੱਲ ਹੈ ਵੀ ਅਸੀਂ ਰੱਬ ਸੀਮਤ ਕਰ ਲਿਆ, ਉਹਦਾ ਅਸੀਂ ਇੱਕ ਰੂਪ ਸੀਮਤ ਕਰ ਲਿਆ। ਹੁਣ ਜਦੋਂ ਇੱਕ ਰੂਪ ਨੂੰ ਅਸੀਂ ਸੀਮਤ ਕਰਕੇ ਰੱਬ ਬਣਾਵਾਂਗੇ ਤੇ ਜਦੋਂ ਜ਼ਿਕਰ ਕੀਤਾ ਜਾਏਗਾ ਰੱਬ ਦਾ ਤੇ ਉਦੋਂ ਖਿਆਲ ਕੀ ਆਏਗਾ? ਉਸੇ ਸਰੂਪ ਦਾ ਖਿਆਲ ਆਏਗਾ ਨਾ, ਉਸੇ ਆਕਾਰ ਦਾ ਖਿਆਲ ਆਏਗਾ। ਮੰਨ ਲਓ ਇੱਕ ਰੁੱਖ ਨੂੰ ਰੱਬ ਬਣਾ ਲਿਆ, ਹੁਣ ਜਿਸ ਰੁੱਖ ਨੂੰ ਰੱਬ ਬਣਾ ਕੇ ਪੂਜਿਆ, ਜਦੋਂ ਰੱਬ ਦਾ ਜ਼ਿਕਰ ਕਰਾਂਗੇ ਤੇ ਉਦੋਂ ਉਹ ਰੁੱਖ ਦੀ ਤਸਵੀਰ ਹੀ ਸਾਹਮਣੇ ਆਏਗੀ। ਰੱਬ ਨੂੰ ਤੇ ਕਿਸੇ ਵੀ ਨਹੀਂ ਵੇਖਣਾ, ਉਹਨਾਂ ਕੇਵਲ ਰੁੱਖ ਦਾ ਧਿਆਨ ਰੱਖਣਾ ਹੈ। ਜਾਂ ਕਿਸੇ ਪੱਥਰ ਨੂੰ ਅਸੀਂ ਰੱਬ ਬਣਾ ਕੇ ਜਦੋਂ ਪੂਜਾਂਗੇ ਤੇ ਸੁਭਾਵਿਕ ਜਿਹੀ ਗੱਲ ਹੈ ਕਿ ਜਦੋਂ ਰੱਬ ਦਾ ਜ਼ਿਕਰ ਕੀਤਾ ਜਾਏਗਾ ਉਦੋਂ ਫਿਰ ਅਸੀਂ ਲੱਭਣ ਲੱਗ ਜਾਗੇ ਵੀ ਉਹ ਕਿੱਥੇ ਹੈ, ਉਹ ਪੱਥਰ ਕਿੱਥੇ ਹੈ ਜਿਸ ਨੂੰ ਰੱਬ ਬਣਾ ਕੇ ਪੂਜਿਆ। ਤੇ ਜਦੋਂ ਇਸ ਤਰੀਕੇ ਦੇ ਨਾਲ ਅਸੀਂ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਰੂਪ ਨੂੰ ਸੀਮਤ ਕਰਾਂਗੇ ਤੇ ਉਸ ਵਕਤ ਇੱਕ ਤੇ ਅਸੀਂ ਅਕਾਲ ਪੁਰਖ ਪਰਮੇਸ਼ਵਰ ਦੀ ਜਿਹੜੀ ਵਿਸ਼ਾਲਤਾ ਹੈ ਉਹਨੂੰ ਆਪਣੀ ਸੀਮਤ ਮੱਤ ਦੇ ਅੰਦਰ ਲੈ ਆਉਂਦਾ ਹੈ। ਤੇ ਦੂਜੀ ਗੱਲ ਅਸੀਂ ਉਹਨੂੰ ਇੱਕ ਜਿੱਥੇ ਸੀਮਤ ਮਾਤਰਾ ਵਿੱਚ ਲੈ ਕੇ ਆਏ ਹਾਂ ਅਸੀਂ ਤੇ ਇਹ ਸਾਬਤ ਕਰਕੇ ਰੱਖ ਦਿੱਤਾ ਵੀ ਰੱਬ ਤੇ ਇੱਕ ਹੀ ਹੈ। ਬਸ ਇਹ ਇੱਕ ਹੀ ਮਤਲਬ ਤੋਂ ਭਾਵ ਵੀ ਆਹੀ ਵਸਤੂ ਰੱਬ ਹੈ, ਇਹੀ ਇੱਕ ਪੱਥਰ ਰੱਬ ਹੈ, ਜਾਂ ਇਹੀ ਇੱਕ ਰੁੱਖ ਰੱਬ ਹੈ, ਇਹੀ ਇੱਕ ਜਾਨਵਰ ਰੱਬ ਹੈ, ਇਹੀ ਇੱਕ ਪੰਛੀ ਰੱਬ ਹੈ, ਤੇ ਬਾਕੀ ਸਾਰਾ ਬ੍ਰਹਿਮੰਡ ਕਿਸ ਪਾਸੇ ਜਾਏਗਾ? ਤੇ ਖਿਆਲ ਰੱਖੀਏ ਆਪਾਂ, ਜਿਵੇਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅੱਜ ਜ਼ਿਕਰ ਕਰਦੇ ਆਖਿਆ ਕਿ ਉਹ ਅਰੂਪ ਹੈ, ਮਤਲਬ ਉਹਦਾ ਕੋਈ ਖਾਸ ਰੂਪ ਨਹੀਂ ਹੈ। ਚਾਹੇ ਅਸੀਂ ਜਿਸ ਮਰਜ਼ੀ ਰੂਪ ਦੀ, ਜਦੋਂ ਵੀ ਰੱਬ ਦੇ ਰੂਪਾਂ ਦੀ ਗੱਲ ਕਰਾਂਗੇ, ਆਪਾਂ ਪਿਛਲੇਰੇ ਦਿਨਾਂ ਤੋਂ ਵਿਚਾਰਦੇ ਆ ਰਹੇ ਹਾਂ ਕਿ ਜਦੋਂ ਸਰਗੁਣ ਸਰੂਪ ਦੀ ਗੱਲ ਕਰਾਂਗੇ ਤੇ ਫਿਰ ਸਾਰੇ ਰੂਪ ਰੱਬ ਦੇ ਨੇ, ਚਾਹੇ ਉਹ ਜਾਨਵਰ ਰੂਪ ਵਿੱਚ ਹੈ, ਚਾਹੇ ਪਸ਼ੂ ਰੂਪ ਵਿੱਚ ਹੈ, ਚਾਹੇ ਪੰਛੀ ਰੂਪ ਵਿੱਚ ਹੈ, ਚਾਹੇ ਪੇੜ ਪੌਦੇ ਬਨਸਪਤੀ ਜਾਂ ਹੋਰ ਪਦਾਰਥਾਂ ਦੇ ਰੂਪ ਵਿੱਚ ਹੈ, ਫਿਰ ਭਾਵੇਂ ਉਹ ਮਨੁੱਖ ਦੇ ਰੂਪ ਵਿੱਚ ਹੀ ਕਿਉਂ ਨਾ ਕਹੀਏ, ਜਦੋਂ ਸਰਗੁਣ ਸਰੂਪ ਦੀ ਗੱਲ ਕਰਾਂਗੇ। ਪਰ ਜਦੋਂ ਨਿਰਗੁਣ ਸਰੂਪ ਦੀ ਗੱਲ ਕਰਾਂਗੇ ਫਿਰ ਅਸੀਂ ਇੱਕ ਵੀ ਰੂਪ ਵੱਲ ਇਸ਼ਾਰਾ ਕਰਕੇ ਨਹੀਂ ਕਹਿ ਸਕਦੇ ਜੀ ਇਹ ਰੱਬ ਦਾ ਰੂਪ ਹੈ ਜਾਂ ਇਹ ਰੱਬ ਹੈ, ਨਹੀਂ। ਸਤਿਗੁਰੂ ਜੀ ਨੇ
ਅੱਜ ਨਿਰਗੁਣ ਸਰੂਪ ਦੀ ਬਾਤ ਕਰਦੇ ਹਾਂ, ਆਖਿਆ ਵੀ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਅਰੂਪ ਹੈ, ਉਹਦਾ ਕੋਈ ਖਾਸ ਰੂਪ ਨਹੀਂ। ਉਹਦੇ ਵੱਲ ਅਸੀਂ ਇਹ ਨਹੀਂ ਕਹਿ ਸਕਦੇ ਜੀ ਮੈਂ ਆਹ ਜਿਹੜੀ ਵਸਤੂ ਹੈ ਇਹ ਲੈ ਕੇ ਆਇਆ ਤੇ ਇਹ ਰੱਬ ਬਣ ਜਾਏਗੀ, ਜਾਂ ਇਹ ਵਸਤੂ ਮੈਂ ਰੱਬ ਹੀ ਲੈ ਕੇ ਆਇਆ। ਫਿਰ ਜੇ ਅਸੀਂ ਆਪ ਰੱਬ ਲੈ ਕੇ ਆ ਰਹੇ ਹਾਂ ਤੇ ਫਿਰ ਸਾਨੂੰ ਕੌਣ ਲੈ ਕੇ ਆਇਆ? ਜੇ ਅਸੀਂ ਰੱਬ ਨੂੰ ਲੈ ਕੇ ਆ ਰਹੇ ਹਾਂ, ਕਿੱਡੀ ਹੈਰਾਨੀ ਦੀ ਗੱਲ ਹੈ। ਬੰਦਾ 4 ਟਕੇ ਦੇ ਕੇ ਰੱਬ ਖਰੀਦ ਕੇ ਘਰ ਨੂੰ ਲਈ ਆਉਂਦਾ, ਉਹ ਕਿੱਥੋਂ ਅਸੀਂ ਕਹਿ ਦਾਂਗੇ ਵੀ ਉਹ ਰੱਬ ਹੈ? ਜਿਹੜੀ ਵਸਤੂ 4 ਟਕਿਆਂ ਦੇ ਬਦਲੇ ਵਿੱਚ ਮਿਲ ਜਾਏ ਉਹਨੂੰ ਰੱਬ ਅਸੀਂ ਕਿਵੇਂ ਮੰਨ ਲਾਂਗੇ? ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਅਕਾਲ ਪੁਰਖ ਪਰਮੇਸ਼ਵਰ ਜੀ, ਜਿਹਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਦੋਂ ਜ਼ਿਕਰ ਕੀਤਾ ਨਾ, ਤੇ ਸਤਿਗੁਰੂ ਜੀ ਨੇ ਜ਼ਿਕਰ ਕਰਦਿਆਂ ਹੋਇਆਂ ਇਹ ਆਖਿਆ ਸੀ ਵੀ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਨਾ, ਉਹਨੂੰ ਰਤਾ ਮਾਤਰ ਤਮਾ ਨਹੀਂ ਹੈ, ਰਤਾ ਮਾਤਰ ਲਾਲਚ ਨਹੀਂ ਹੈ। ਫਿਰ ਜਿਹੜਾ 4 ਟਕਿਆਂ ਦੇ ਬਦਲੇ ਵਿੱਚ ਮਿਲ ਜਾਏ ਉਹਨੂੰ ਰੱਬ ਕਹਿ ਦਾਂਗੇ? ਜਿਸ ਆਪਾਂ ਵਸਤੂ ਦੀ ਗੱਲ ਕਰਦੇ ਹਾਂ ਜਾਂ ਜਿਸ ਤਾਕਤ ਦੀ ਬਾਤ ਕਰ ਰਹੇ ਹਾਂ, ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਨਾ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਉਹ ਤਿਲ ਜਿੰਨੀ ਵੀ ਤਮਾ ਨਹੀਂ, ਉਹਨੂੰ ਤਿਲ ਜਿੰਨਾ ਵੀ ਲਾਲਚ ਨਹੀਂ ਹੈ, ਇੱਕ ਰਤਾ ਮਾਤਰ ਵੀ ਉਹਦੇ ਮਨ 'ਚ ਲੋਭ ਨਹੀਂ। ਹੁਣ ਮੈਂ ਜੇ ਰੱਬ ਨੂੰ ਖਰੀਦਣ ਜਾਵਾਂਗਾ ਤੇ ਰੱਬ ਅੱਗੇ ਜਾ ਕੇ ਮੈਂ 4 ਟਕੇ ਰੱਖਾਂ ਤੇ ਉਹਨੂੰ ਕਵਾਂ ਵੀ ਚੱਲ ਭਾਈ ਮੈਂ ਤੈਨੂੰ ਖਰੀਦ ਲਿਆ ਹੁਣ, ਤੇ ਫਿਰ ਕੀ ਅਸੀਂ ਉਹਨੂੰ ਰੱਬ ਕਹਿ ਦਾਂਗੇ ਜਿਹਨੂੰ ਮੈਂ ਖਰੀਦ ਕੇ ਲਿਆ ਰਿਹਾ? ਰੱਬ ਤੇ ਉਹ ਹੀ ਹੈ ਨਾ ਜਿਹਨੂੰ ਕਦੇ ਖਰੀਦਿਆ ਜਾ ਹੀ ਨਹੀਂ ਸਕਦਾ। ਰੱਬ ਤੇ ਉਹ ਹੈ ਜਿਹਦਾ ਕਦੇ ਮੁੱਲ ਪੈ ਹੀ ਨਹੀਂ ਸਕਦਾ। ਰੱਬ ਤੇ ਉਹ ਹੈ ਜਿਹੜਾ ਕਦੇ ਲੋਭ ਵਿੱਚ ਆਉਂਦਾ ਹੀ ਨਹੀਂ ਹੈ। ਤੇ ਫਿਰ ਜਿਹੜਾ 4 ਟਕੇ ਵੇਖ ਕੇ ਸਾਡੀ ਜੇਬ ਉੱਤੇ ਡੁੱਲ ਜਾਏ, 4 ਟਕੇ ਵੇਖ ਕੇ ਜਿਹੜਾ ਸਾਡੇ ਮਗਰ ਮਗਰ ਤੁਰਨ ਲੱਗ ਜਾਏ, 4 ਟਕੇ ਵੇਖ ਕੇ ਜਿਹੜਾ ਸਾਡੇ ਨਾਲ ਹਰ ਪ੍ਰਕਾਰ ਦਾ ਕੰਮ ਕਰਨ ਲਈ ਤਿਆਰ ਹੋ ਜਾਏ, ਉਹਨੂੰ ਅਸੀਂ ਰੱਬ ਕਿਵੇਂ ਮੰਨਾਂਗੇ? ਅੱਜ ਦੇ ਹਾਲਾਤ ਤੇ ਐਸੇ ਹੀ ਨੇ ਨਾ ਵੀ ਜਿਨ੍ਹਾਂ ਨੂੰ ਸੰਸਾਰ ਦੇ ਲੋਕਾਂ ਨੇ ਰੱਬ ਮੰਨ ਕੇ ਪੂਜਣਾ ਸ਼ੁਰੂ ਕੀਤਾ, ਉਹ ਤੇ ਕੇਵਲ ਸਾਡੀ ਜੇਬ ਦਾ ਆਕਾਰ ਵੇਖਦੇ ਨੇ, ਕਿੱਡਾ ਕੁ ਵੱਡਾ ਸਾਡੀ ਜੇਬ ਵਿੱਚ ਟਕੇ ਕਿੰਨੇ ਕਿੰਨੇ, ਉਹਨਾਂ ਨੇ ਸਿਰਫ ਇਸ ਬਾਤ ਨੂੰ ਨਿਹਾਰਿਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਰੱਬ ਜਿਹੜਾ ਉਹਨੂੰ ਕੋਈ ਲਾਲਚ ਹੀ ਨਹੀਂ ਹੈ, ਉਹ ਕਦੇ ਜੇਬ ਵੱਲ ਵੇਖਦਾ ਹੀ ਨਹੀਂ, ਉਹਨੇ ਕਦੇ ਜੇਬ ਵਿਚਲੀਆਂ ਵਸਤੂਆਂ ਵੱਲ ਝਾਤ ਹੀ ਨਹੀਂ ਮਾਰੀ, ਉਹਨੇ ਵੇਖਿਆ ਹੀ ਨਹੀਂ ਕਦੇ ਇਹਦੇ ਕੋਲ ਟਕੇ ਹਨ ਕਿ ਨਹੀਂ ਹਨ। ਉਹ ਤੇ ਕੇਵਲ ਹਿਰਦੇ ਵਿਚਲਾ ਇੱਕ ਪ੍ਰੇਮ ਵੇਖਦਾ। ਤੇ ਜੇ ਕੋਈ ਜੀਵ ਕਿਸੇ ਨੂੰ ਰੱਬ ਬਣਾ ਕੇ ਪੂਜ ਰਿਹਾ, 4 ਟਕਿਆਂ ਚੰਦ ਰੁਪਈਆਂ ਦੇ ਬਦਲੇ ਖਰੀਦ ਕੇ ਲੈ ਕੇ ਆ ਰਿਹਾ, ਜਾਂ ਚੰਦ ਰੁਪਈਆਂ ਦੇ ਮਗਰ ਉਹ ਆਪ ਖੁਦ ਚੱਲ ਕੇ ਰੱਬ ਜਿਹੜਾ ਜਿਹਨੂੰ ਰੱਬ ਬਣ ਕੇ ਪੂਜਿਆ, ਉਹ ਚੰਦ ਰੁਪਈਆਂ ਦੇ ਪਿੱਛੇ ਜੀਵ ਦੇ ਮਗਰ ਮਗਰ ਤੁਰਿਆ ਫਿਰੇ, ਤੇ ਅਸੀਂ ਉਹਨੂੰ ਰੱਬ ਕਿਵੇਂ ਕਵਾਂਗੇ? ਕਦੇ ਭਗਤ ਕਬੀਰ ਸਾਹਿਬ ਜੀ ਨੇ ਜਦੋਂ ਜ਼ਿਕਰ ਕੀਤਾ ਨਾ, ਤੇ ਉਹਨਾਂ ਜ਼ਿਕਰ ਕਰਦਿਆਂ ਹੋਇਆਂ ਅਕਾਲ ਪੁਰਖ ਪਰਮੇਸ਼ਵਰ ਦੀ ਵਡਿਆਈ ਕਰਦਿਆਂ ਆਖਿਆ ਸੀ ਵੀ ਮੈਂ ਜਦੋਂ ਦਾ ਉਹ ਅਕਾਲ ਪੁਰਖ ਪਰਮੇਸ਼ਵਰ ਨੂੰ ਆਰਾਧਨ ਲੱਗਾ ਨਾ, ਤੇ ਜਿਸ ਵਕਤ ਜਿਸ ਦਿਨ ਦੀ ਮੈਂ ਉਹਦੀ ਆਰਾਧਨਾ ਕਰ ਰਿਹਾ ਹਾਂ, ਉਹਦੀ ਸ਼ੋਭਾ ਕਰ ਰਿਹਾ ਹਾਂ, ਤੇ ਉਸ ਦਿਨ ਤੋਂ ਉਹ ਅਕਾਲ ਪੁਰਖ ਜਿਹੜਾ ਹੈ ਨਾ, ਉਹ ਕਹਿਤ ਕਬੀਰ ਕਬੀਰ, ਉਸ ਦਿਨ ਤੋਂ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਉਹ ਮੇਰੇ ਨਾਲ ਹੈ। ਪਰ ਉੱਥੇ ਉਹਨਾਂ ਇਹ ਜ਼ਿਕਰ ਨਹੀਂ ਕੀਤਾ ਵੀ ਮੈਂ ਰੱਬ ਨੂੰ 4 ਰੁਪਈਏ ਦਿੱਤੇ ਜਾਂ ਰੱਬ ਨੂੰ ਚੰਦ ਪੈਸੇ ਦਿੱਤੇ ਤੇ ਉਹ ਫੇਰ ਮੇਰੇ ਮਗਰ ਤੁਰਿਆ, ਨਹੀਂ। ਗੱਲ ਪ੍ਰੇਮ ਦੀ ਹੈ। ਜਦੋਂ ਪ੍ਰੇਮ ਦੀ ਬਾਤ ਆਏਗੀ ਤੇ ਫਿਰ ਪਰਮਾਤਮਾ ਨੂੰ ਅਸੀਂ ਹਾਸਲ ਕਰਾਂਗੇ, ਤੇ ਜਦੋਂ ਰੁਪਈਆਂ ਦੀ ਗੱਲ ਆਏਗੀ ਤੇ ਰੁਪਈਆਂ ਪਿੱਛੇ ਡੁੱਲਣ ਵਾਲਾ ਰੂਪ ਕਦੇ ਰੱਬ ਦਾ ਰੂਪ ਨਹੀਂ ਜੇ ਹੋ ਸਕਦਾ। ਖੈਰ, ਮੇਰੇ ਸਾਹਿਬ ਜੀ ਨੇ ਜ਼ਿਕਰ ਕਰਦੇ ਆਖਿਆ ਅਰੂਪ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਹੈ ਅਕਾਲ ਪੁਰਖ ਪਰਮੇਸ਼ਵਰ ਜੀ, ਤੁਹਾਡਾ ਕੋਈ ਖਾਸ ਰੂਪ ਨਹੀਂ ਹੈ। ਹੇ ਵਾਹਿਗੁਰੂ ਜੀ, ਤੁਸੀਂ ਸਾਰੇ ਰੂਪਾਂ ਤੋਂ ਰਹਿਤ ਹੋ। ਫਿਰ ਕਹਿੰਦੇ ਅਨੂਪ ਹੈ। ਹੁਣ ਅਨੂਪ ਤੋਂ ਭਾਵ ਜਿਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ, ਉਪਮਾ ਤੋਂ ਰਹਿਤ ਹੈ ਜਿਹੜਾ, ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ। ਹੁਣ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਜਦੋਂ ਬਾਣੀ ਪੜ੍ਹਦੇ ਹਾਂ, ਤੇ ਬਾਣੀ ਦੇ ਅੰਦਰ ਆਪਾਂ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਸ਼ੋਭਾ ਨੂੰ ਗਾਇਨ ਕੀਤਾ, ਪਰ ਬਾਣੀ ਨੇ ਨਾਲ ਸਾਨੂੰ ਇਸ ਗੱਲ ਦੀ ਪ੍ਰੋੜਤਾ ਕਰਦਿਆਂ ਸਮਝਾ ਦਿੱਤਾ ਸੀ ਕਿ ਉਹਦੀ ਸ਼ੋਭਾ ਨੂੰ ਕਦੇ ਗਾਇਨ ਨਹੀਂ ਕੀਤਾ ਜਾ ਸਕਦਾ। ਉਹ ਸੀਮਤ ਨਹੀਂ ਹੈ, ਉਹ ਅਸੀਮਤ ਹੈ। ਇਸੇ ਕਰਕੇ ਤੇ ਧੰਨ ਗੁਰੂ ਪਾਤਸ਼ਾਹ ਦੀ ਬਾਣੀ 'ਚ ਜਦੋਂ ਜ਼ਿਕਰ ਕਰਦੇ ਤੇ ਆਪਾਂ ਅਕਸਰ ਇਹਨਾਂ ਪਾਵਨ ਬਚਨਾਂ ਨੂੰ ਚੇਤੇ ਕਰਦੇ ਹਾਂ ਕਿ ਰੱਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ, ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਵੀ ਇਹ ਅਕਾਲ ਪੁਰਖ ਪਰਮੇਸ਼ਵਰ ਜੀ, ਅਸੀਂ ਤੁਹਾਡੀ ਉਪਮਾ ਵੀ ਨਹੀਂ ਕਰ ਸਕਦੇ, ਸਾਡੇ ਇੰਨੀ ਪਾਇਆ ਨਹੀਂ ਹੈ। ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨ ਹੀ ਲਹੀ ਹੈ।
ਤੇ ਜਦੋਂ ਅਕਾਲ ਪੁਰਖ ਪਰਮੇਸ਼ਵਰ ਦੀ ਬਾਤ ਆਈ ਤੇ ਉਦੋਂ ਉਸ ਪ੍ਰਭੂ ਦੇ ਅੱਗੇ ਇਹੋ ਜ਼ਿਕਰ ਕੀਤਾ ਗਿਆ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ, ਗਾਵਤ ਉਧਰੇ ਸੁਣਤੇ ਉਧਰੇ ਬਿਨਸੇ ਪਾਪ ਕਨੇਰੇ। ਮਤਲਬ ਉਹ ਪ੍ਰਭੂ ਦੀ ਉਪਮਾ ਵੀ ਅਸੀਂ ਨਹੀਂ ਕਰ ਸਕਦੇ। ਸਾਡੇ ਕੋਲ ਇੰਨੀ ਪਾਇਆ, ਸਾਡੇ ਕੋਲ ਇਤਨੀ ਸਮਰੱਥਾ ਨਹੀਂ ਕਿ ਅਸੀਂ ਆਪਣੀ ਮੱਤ ਦੇ ਨਾਲ ਜਾਂ ਆਪਣੀ ਬੁੱਧੀ ਦੇ ਨਾਲ ਜਾਂ ਆਪਣੀ ਇਸ ਜ਼ੁਬਾਨ ਦੇ ਨਾਲ ਅਸੀਂ ਉਹ ਅਕਾਲ ਪੁਰਖ ਪਰਮੇਸ਼ਵਰ ਦੀ ਸ਼ੋਭਾ ਨੂੰ ਗਾ ਸਕੀਏ। ਉਹ ਪ੍ਰਭੂ ਬੇਅੰਤ ਹੈ, ਉਹਦੀ ਉਪਮਾ ਬੇਅੰਤ ਹੈ, ਉਹਦੇ ਗੁਣ ਬੇਅੰਤ ਨੇ, ਤੇ ਜਿਸ ਵਕਤ ਵੀ ਉਹਦੇ ਗੁਣਾਂ ਦਾ ਜ਼ਿਕਰ ਆਏਗਾ ਤੇ ਉਹ ਅਕਾਲ ਪੁਰਖ ਪਰਮੇਸ਼ਵਰ ਉਪਮਾ ਤੋਂ ਰਹਿਤ ਹੈ। ਕਿਸੇ ਪ੍ਰਕਾਰ ਵੀ ਉਹਦੀ ਉਪਮਾ ਜਿਹੜੀ ਉਹਨੂੰ ਅਸੀਂ ਨਹੀਂ ਕਰ ਸਕਦੇ। ਉਹ ਤੋਂ ਬਾਅਦ ਸਾਹਿਬ ਜੀ ਕਹਿੰਦੇ ਅਜੂ ਹੈ, ਅਭੂ ਹੈ। ਹੁਣ ਇਹ ਦੋਵੇਂ ਚੀਜ਼ਾਂ ਨੂੰ ਖਿਆਲ ਰੱਖੀਏ। ਅਜੂ ਤੋਂ ਭਾਵ ਹੈ ਜਿਹੜਾ ਚੱਲੇ ਨਾ, ਅਚਲ। ਹੁਣ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਉਹ ਅਚਲ ਹੈ। ਅਚਲ ਤੋਂ ਭਾਵ ਇਹ ਨਹੀਂ ਵੀ ਹੁਣ ਕਿਸੇ ਦੇ ਪੈਰਾਂ ਵਾਲਾ ਚੱਲਣ ਨਹੀਂ, ਚੱਲਣ ਤੋਂ ਭਾਵ ਸੰਸਾਰ ਤੋਂ ਚਲੇ ਜਾਣਾ ਜਾਂ ਨਾਸ਼ਵਾਨ। ਹੇ ਅਕਾਲ ਪੁਰਖ ਪਰਮੇਸ਼ਵਰ ਜੀ, ਤੁਸੀਂ ਅਚਲ ਹੋ, ਮਤਲਬ ਤੁਸੀਂ ਕਦੇ ਨਾਸ਼ ਹੋਣ ਵਾਲੇ ਨਹੀਂ, ਤੁਸੀਂ ਕਦੇ ਖਤਮ ਹੋਣ ਵਾਲੇ ਨਹੀਂ ਹੋ, ਸਦੀਵ ਰਹਿਣ ਵਾਲੇ ਹੋ। ਸੰਸਾਰ ਬਣਿਆ ਹੈ, ਤੁਸੀਂ ਬਣਾਇਆ, ਤੁਹਾਡੇ ਬਣਾਏ ਇਹ ਸੰਸਾਰ ਦੇ ਜੀਵ ਬਣ ਗਏ। ਤੇ ਜਦੋਂ ਅਕਾਲ ਪੁਰਖ ਪਰਮੇਸ਼ਵਰ ਜੀ ਤੁਸੀਂ ਚਾਹੋਗੇ ਇਹ ਸਾਰੇ ਦੇ ਸਾਰੇ ਸਮਾਜ ਦਾ ਖਲਾਰਾ ਤੁਸੀਂ ਸਮੇਟ ਲਾਓਗੇ। ਤੁਸੀਂ ਇੱਕ ਬਾਜ਼ੀਗਰ ਹੋ, ਬਾਜ਼ੀਗਰ ਨੇ ਆ ਕਰਕੇ ਸਮਾਜ ਦੇ ਅੰਦਰ, ਸੰਸਾਰ ਦੇ ਅੰਦਰ ਇੱਕ ਬਾਜੀ ਪਾਈ। ਉਸ ਬਾਜੀ ਦੇ ਅੰਦਰ ਉਹਨੇ ਆਪਣੇ ਸਾਰੇ ਖਿਡੌਣੇ, ਆਪਣੀਆਂ ਸਾਰੀਆਂ ਕਠਪੁਤਲੀਆਂ ਜਿਹੜੀਆਂ ਉਹਨੂੰ ਪਸਾਰਿਆ, ਖਿਲਾਰ ਦਿੱਤਾ। ਤੇ ਹੇ ਪ੍ਰਭੂ ਜੀ, ਹੁਣ ਇਹਨਾਂ ਕਠਪੁਤਲੀਆਂ ਉੱਤੇ ਤੁਹਾਡਾ ਜ਼ੋਰ ਹੈ। ਤੁਸੀਂ ਆਪਣੇ ਜ਼ੋਰ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਇਹਨਾਂ ਕਠਪੁਤਲੀਆਂ ਨੂੰ ਨਚਾਉਂਦੇ ਹੋ ਤੇ ਇਹ ਕਠਪੁਤਲੀਆਂ ਨੱਚਦੀਆਂ ਨੇ। ਜਿਵੇਂ ਜਿਵੇਂ ਤੁਸੀਂ ਇਹਨਾਂ ਜੀਵਾਂ ਤੋਂ ਕਰਮ ਕਰਵਾਉਂਦੇ ਹੋ, ਤਿਵੇਂ ਤਿਵੇਂ ਇਹ ਜੀਵ ਉਹੀ ਕਰਮ ਕਮਾਉਂਦੇ ਨੇ ਜਿਸ ਤਰ੍ਹਾਂ ਦੇ ਆਪ ਇਹਨਾਂ ਤੋਂ ਕਰਮ ਕਰਵਾਉਂਦੇ ਹੋ। ਇਹ ਕਰਦੇ ਨੇ। ਤੁਹਾਡੇ ਹੁਕਮ ਦੇ ਵਿੱਚ ਬੱਝੇ ਹੋਏ ਜੀਵ ਇਹ ਤੁਰਦੇ ਨੇ, ਤੁਹਾਡੇ ਹੁਕਮ ਵਿੱਚ ਬੱਝੇ ਹੋਏ ਜੀਵ ਇਹ ਕਰਮ ਕਮਾਉਂਦੇ ਨੇ। ਰੱਬ ਜੀ, ਤੁਸੀਂ ਇਹਨਾਂ ਸਾਰਿਆਂ ਨੂੰ ਬਣਾਇਆ। ਇੱਕ ਦਿਨ ਐਸਾ ਆਏਗਾ, ਹੇ ਅਕਾਲ ਪੁਰਖ ਪਰਮੇਸ਼ਵਰ ਜੀ, ਜਿੱਦਣ ਤੁਸੀਂ ਚਾਹੋਗੇ ਉਦਣ ਇਹ ਸਾਰੇ ਦੇ ਸਾਰੇ ਖਿਲਾਰੇ ਨੂੰ ਤੁਸੀਂ ਸਮੇਟ ਲੈਣਾ, ਸਮੇਟ ਕੇ ਆਪਣੀ ਸਾਰੀ ਦੀ ਸਾਰੀ ਖੇਡ ਨੂੰ ਸਮੇਟ ਲੈਣਾ। ਜਦੋਂ ਖੇਡ ਸਮੇਟਣੀ ਹੈ ਤੇ ਕੱਲੀ ਕੱਲੀ ਕਠਪੁਤਲੀ ਵੀ ਤੁਸੀਂ ਸਮੇਟ ਲੈਣੀ ਹੈ। ਇੱਕ ਵੀ ਕਠਪੁਤਲੀ ਇੱਥੇ ਬਾਕੀ ਨਹੀਂ ਰਹਿਣੀ, ਇੱਕ ਵੀ ਖਿਡੌਣਾ ਇੱਥੇ ਬਾਕੀ ਨਹੀਂ ਰਹੇਗਾ। ਸਾਰੀ ਖੇਡ ਸਮੇਟੀ ਜਾਣੀ ਹੈ। ਤੁਸੀਂ ਸਾਰੇ ਦੀ ਸਾਰੀ ਖੇਡ ਸਮੇਟਣ ਤੋਂ ਬਾਅਦ ਵਿੱਚ ਆਪ ਫਿਰ ਵੀ ਮੌਜੂਦ ਹੋ। ਆਪੇ ਹੀ ਤੁਸੀਂ ਪਸਾਰਨ ਵਾਲੇ ਹੋ। ਪਸਾਰਾ ਪਸਾਰ ਕੇ ਖੇਡ ਨੂੰ ਚਲਾਇਆ, ਇਹ ਚੱਲੀ। ਹੁਣ ਜਦੋਂ ਇਹਨੇ ਚੱਲਣਾ ਤੇ ਉਦੋਂ ਬਾਅਦ ਵਿੱਚ ਖੇਡ ਨੇ ਮੁੱਕ ਵੀ ਜਾਣਾ, ਖਤਮ ਵੀ ਹੋ ਜਾਣਾ। ਤੇ ਇਹ ਅਕਾਲ ਪੁਰਖ ਪਰਮੇਸ਼ਵਰ ਜੀ, ਤੁਸੀਂ ਐਸੇ ਹੋ, ਅਚਲ ਹੋ, ਤੁਸੀਂ ਕਦੇ ਚੱਲਣ ਵਾਲੇ ਨਹੀਂ। ਕਿਉਂਕਿ ਜਿਹੜਾ ਚੱਲੇਗਾ ਸੁਭਾਵਿਕ ਜਿਹੀ ਗੱਲ ਹੈ, ਉਹਨੂੰ ਰੁਕਣਾ ਵੀ ਪਏਗਾ। ਅਕਾਲ ਪੁਰਖ ਪਰਮੇਸ਼ਵਰ ਹੈ ਹੀ ਅਟਲ, ਉਹ ਨਾ ਚੱਲਦਾ ਤੇ ਨਾ ਰੁਕਦਾ, ਉਹ ਤੇ ਸਦੀਵ ਰਹਿਣ ਵਾਲਾ ਹੈ। ਮੇਰੇ ਸਾਹਿਬ ਕਹਿੰਦੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਿ ਹੇ ਪ੍ਰਭੂ ਜੀ, ਤੁਸੀਂ ਅਜੂ ਹੋ, ਭਾਵ ਅਜੂ ਹੈ। ਅਜੂ ਹੈ ਤੋਂ ਭਾਵ ਅਚਲ ਹੋ, ਤੁਸੀਂ ਕਿਸੇ ਪ੍ਰਕਾਰ ਵੀ ਨਾਸ਼ ਹੋਣ ਵਾਲੇ ਨਹੀਂ। ਫਿਰ ਕਹਿੰਦੇ ਅਭੂ ਹੈ। ਹੁਣ ਅਭੂ ਤੋਂ ਭਾਵ ਇੱਥੇ ਜਨਮ ਤੋਂ ਰਹਿਤ। ਰੱਬ ਨੇ ਜਨਮ ਨਹੀਂ ਲੈਣਾ, ਤੇ ਜਿਹੜਾ ਜਨਮ ਲੈ ਰਿਹਾ ਉਹ ਰੱਬ ਨਹੀਂ ਹੈ। ਇਹਨੂੰ ਖਿਆਲ ਰੱਖੀਏ। ਰੱਬ ਜਨਮ ਨਹੀਂ ਲਏਗਾ, ਤੇ ਜਿਹਦਾ ਜਨਮ ਹੋ ਰਿਹਾ ਉਹ ਰੱਬ ਨਹੀਂ ਹੈ। ਬਸ ਇਸ ਗੱਲ ਦਾ ਅੰਦਾਜ਼ਾ ਲਾ ਕੇ ਚੱਲੀਏ। ਅਸੀਂ ਜਦੋਂ ਰੱਬ ਨੂੰ ਅਸੀਂ ਵੇਖਣਾ ਚਾਹੁੰਦੇ ਹਾਂ ਜਾਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਹ ਰੱਬ ਹੈ ਜਾਂ ਨਹੀਂ, ਇੱਕੋ ਹੀ ਤਰੀਕਾ ਇਹ ਵੇਖ ਲਓ, ਉਹ ਪੈਦਾ ਹੋਇਆ ਜਾਂ ਨਹੀਂ ਪੈਦਾ ਹੋਇਆ, ਉਹ ਜਨਮ ਲੈ ਰਿਹਾ ਜਾਂ ਕਿਸੇ ਹੋਰ ਤਰੀਕੇ ਨਾਲ ਪੈਦਾ ਹੋ ਰਿਹਾ, ਕਿਸ ਆਕਾਰ ਵਿੱਚ ਪੈਦਾ ਹੋ ਰਿਹਾ। ਰੱਬ ਦੀ ਪਰਿਭਾਸ਼ਾ ਨੂੰ ਜਦੋਂ ਪੜਾਂਗੇ ਤੇ ਰੱਬ ਨਾ ਤੇ ਆਕਾਰ ਵਿੱਚ ਆਉਂਦਾ ਹੈ, ਇੱਕ ਗੱਲ ਹੈ। ਰੱਬ ਨੂੰ ਕੋਈ ਜਨਮ ਨਹੀਂ ਦਿੰਦਾ, ਰੱਬ ਕਦੇ ਪੈਦਾ ਨਹੀਂ ਹੁੰਦਾ, ਰੱਬ ਕਦੇ ਉੱਗਦਾ ਨਹੀਂ ਹੈ, ਰੱਬ ਦਾ ਕੋਈ ਆਕਾਰ ਨਹੀਂ ਹੈ। ਇਹ ਸਾਰੀਆਂ ਦੀਆਂ ਸਾਰੀਆਂ ਬਾਤਾਂ ਨੂੰ ਧਿਆਨ ਵਿੱਚ ਰੱਖ ਕੇ ਫਿਰ ਪ੍ਰਭੂ ਪਰਮਾਤਮਾ ਦੇ ਬਾਰੇ ਵਿੱਚ ਸਾਨੂੰ ਸਮਝ ਲੱਗੇਗੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਉਹ ਅਭੂ ਹੈ, ਭਾਵ ਉਹ ਜਨਮ ਤੋਂ ਰਹਿਤ ਹੈ। ਉਹਨੇ ਕਦੇ ਜਨਮ ਨਹੀਂ ਲੈਣਾ,
ਉਹ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ, ਉਹ ਜਨਮ ਵਿੱਚ ਆਉਂਦਾ ਹੀ ਨਹੀਂ ਹੈ। ਤੇ ਜਿਹੜਾ ਜਨਮ ਵਿੱਚ ਨਹੀਂ ਆਇਆ ਉਹ ਮਰੇਗਾ ਕਿਵੇਂ? ਕਿਉਂਕਿ ਜਿਹਨੇ ਜਨਮ ਲੈਣਾ, ਸਤਿਗੁਰੂ ਜੀ ਬਾਣੀ 'ਚ ਆਖਦੇ ਨੇ, ਮਾਲਕ ਦੀ ਬਾਣੀ 'ਚ ਜਦੋਂ ਜ਼ਿਕਰ ਕਰਦੇ ਤੇ ਉਹਨਾਂ ਇਹੋ ਆਖਿਆ, ਕਹਿੰਦੇ ਜੋ ਜਨਮ ਹੈ ਸੋ ਸਰਪਰਮ ਹੁਆ। ਜਿਹਨੇ ਜਨਮ ਲੈਣਾ ਉਹਨੇ ਮਰਨਾ ਵੀ ਜ਼ਰੂਰ ਹੈ। ਤੇ ਜਿਹੜਾ ਜਨਮ ਲਵੇਗਾ ਸੁਭਾਵਿਕ ਦੀ ਗੱਲ ਹੈ ਉਹਦੀ ਮੌਤ ਹੋਏਗੀ। ਤੇ ਜਿਹਦੀ ਮੌਤ ਹੋ ਰਹੀ ਹੈ ਉਹ ਰੱਬ ਕਿਵੇਂ? ਰੱਬ ਤੇ ਮੌਤ ਦੀ ਵੀ ਮੌਤ ਹੈ, ਰੱਬ ਕਾਲ ਦਾ ਵੀ ਕਾਲ ਹੈ। ਸਮਾਂ ਸਾਰਿਆਂ ਦੀ ਮੌਤ ਹੈ, ਪਰ ਸਮੇਂ ਦੀ ਮੌਤ ਅਕਾਲ ਪੁਰਖ ਹੈ। ਭਾਵ ਜਦੋਂ ਸਮੇਂ ਨੇ ਮਰਨਾ ਤੇ ਉਦੋਂ ਅਕਾਲ ਪੁਰਖ ਪਰਮੇਸ਼ਵਰ ਨੇ ਸਮੇਂ ਨੂੰ ਮਾਰਨਾ ਹੈ। ਤੇ ਜੇ ਪ੍ਰਭੂ ਸਮੇਂ ਨੂੰ ਮਾਰਨ ਵਾਲਾ ਹੈ, ਫਿਰ ਸਮੇਂ ਦੇ ਅਧੀਨ ਮਰਨ ਵਾਲਾ ਕਦੇ ਪ੍ਰਭੂ ਨਹੀਂ ਜੇ ਹੋ ਸਕਦਾ। ਸਮੇਂ ਦੇ ਅਧੀਨ ਪੈਦਾ ਹੋਣ ਵਾਲਾ ਰੱਬ ਨਹੀਂ ਹੋ ਸਕਦਾ। ਸਮੇਂ ਤੋਂ ਰਹਿਤ ਹੈ ਪਰਮੇਸ਼ਵਰ, ਸਮੇਂ ਦੇ ਅਧੀਨ ਆਉਣ ਵਾਲਾ ਨਹੀਂ। ਇਸੇ ਕਰਕੇ ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਪਰਿਭਾਸ਼ਾ ਦਿੱਤੀ ਸੀ ਪਰਮੇਸ਼ਵਰ ਦੇ ਗੁਣਾਂ ਦੀ, ਤੇ ਉਹਨਾਂ ਅਕਾਲ ਮੂਰਤ ਕਹਿ ਕੇ ਸੰਬੋਧਨ ਕੀਤਾ ਕਿ ਉਹ ਹਸਤੀ ਹੈ ਪਰਮੇਸ਼ਵਰ ਜਿਹਦੇ ਉੱਤੇ ਕਾਲ ਦਾ ਕਦੇ ਪ੍ਰਭਾਵ ਪੈਂਦਾ ਹੀ ਨਹੀਂ ਹੈ। ਉਹ ਹੈ ਹੀ ਅਕਾਲ, ਉਹਦੀ ਹਸਤੀ ਐਸੀ ਹੈ ਜਿਹੜੀ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ, ਉਹ ਸਮੇਂ ਦੇ ਪ੍ਰਭਾਵ ਅਧੀਨ ਨਹੀਂ ਆਉਂਦੀ। ਤੇ ਜਿਹੜੀ ਹਸਤੀ ਸਮੇਂ ਦੇ ਪ੍ਰਭਾਵ ਅਧੀਨ ਆ ਜਾਏ, ਬਸ ਉਹ ਹਸਤੀ ਨੂੰ ਅਸੀਂ ਕਦੇ ਰੱਬ ਦਾ ਨਾਮ ਨਹੀਂ ਦੇ ਸਕਦੇ। ਸਤਿਗੁਰੂ ਜੀ ਨੇ ਅੱਜ ਆਰੰਭਤਾ ਕਰਦੇ ਹਾਂ ਚਾਚਰੀ ਛੰਦ ਦੀ, ਪਹਿਲੇ ਪਦੇ ਵਿੱਚ ਜ਼ਿਕਰ ਕੀਤਾ, ਕਹਿੰਦੇ ਉਹ ਰੱਬ ਰੂਪ ਤੋਂ ਰਹਿਤ ਹੈ, ਉਪਮਾ ਤੋਂ ਰਹਿਤ ਹੈ, ਉਹ ਅਚਲ ਹੈ, ਉਹ ਚੱਲਣ ਵਾਲਾ ਨਹੀਂ, ਚਲਾਏਮਾਨ ਨਹੀਂ ਹੈ, ਤੇ ਉਹ ਜਨਮ ਤੋਂ ਰਹਿਤ ਹੈ। ਅਲੇਖ ਹੈ, ਅਪੇਖ ਹੈ, ਅਨਾਮ ਹੈ, ਅਕਾਮ ਹੈ। ਫਿਰ ਜ਼ਿਕਰ ਕੀਤਾ ਸਾਹਿਬ ਨੇ, ਕਹਿੰਦੇ ਅਲੇਖ ਹੈ। ਲੇਖ ਤੋਂ ਭਾਵ ਲਿਖਿਆ ਜਾਣ ਵਾਲਾ ਜਾਂ ਚਿੱਤਰ, ਕੋਈ ਤਸਵੀਰ ਬਣਾ ਦੇਣੀ, ਜਿਹਨੂੰ ਅਸੀਂ ਆਪਣੇ ਅਧੀਨ ਲੈ ਆਈਏ, ਜਾਂ ਅਸੀਂ ਆਪਣੀ ਕਲਮ ਦੇ ਨਾਲ ਜਿਹਦੇ ਬਾਰੇ ਲਿਖ ਸਕੀਏ, ਜਾਂ ਆਪਣੀ ਕਲਮ ਦੇ ਨਾਲ ਅਸੀਂ ਜਿਹਦੀ ਤਸਵੀਰ ਚਿੱਤਰ ਬਣਾ ਸਕੀਏ। ਸਤਿਗੁਰੂ ਕਹਿੰਦੇ ਉਹ ਪਰਮੇਸ਼ਵਰ ਜਿਹੜਾ ਉਹਦੀ ਕੋਈ ਤਸਵੀਰ ਨਹੀਂ ਬਣੇਗੀ, ਉਹਦਾ ਕੋਈ ਲੇਖ ਲਿਖਿਆ ਨਹੀਂ ਜਾਏਗਾ। ਜਿਹਨੂੰ ਮਾਲਕ ਜੀ ਨੇ ਆਖਿਆ ਨਾ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਹ ਵੱਡਾ ਹੈ, ਬੜਾ ਅਪਾਰ ਵਿਸ਼ਾਲ ਹੈ ਉਹ। ਔਰ ਵੇਖੋ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿੱਡੀ ਅਪਾਰ ਬਖਸ਼ਿਸ਼ ਕੀਤੀ। ਜਦੋਂ ਜਪਜੀ ਦੀ ਆਪਾਂ ਵਿਚਾਰ ਕੇ ਆਏ ਤੇ ਉਹਦੇ ਵਿੱਚ ਸਤਿਗੁਰੂ ਜੀ ਨੇ ਬਕਾਇਦਾ ਜ਼ਿਕਰ ਕੀਤਾ ਸੀ, ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰੰਗਾਵਾ। ਉਹ ਪਰਮੇਸ਼ਵਰ ਦੇ ਬਾਰੇ ਵਿੱਚ ਜੇ ਕੋਈ ਆਖਣ ਦੀ ਕੋਸ਼ਿਸ਼ ਵੀ ਕਰੇਗਾ, ਯਤਨ ਵੀ ਕਰੇਗਾ, ਜੇ ਕੋਈ ਬੋਲ ਵਿਗਾੜ ਕੇ ਆਖ ਵੀ ਰਿਹਾ ਨਾ, ਤੇ ਉਹਦੇ ਮੱਥੇ ਉੱਤੇ ਇੱਕ ਕਲੰਕ ਲੱਗੇਗਾ, ਗਾਵਾਰ। ਉਹ ਗਾਵਾਰਾ ਮੂਰਖਾਂ ਤੋਂ ਵੀ ਵੱਡਾ ਮੂਰਖ ਹੈ ਉਹ ਜਿਹੜਾ ਬੋਲ ਵਿਗਾੜ ਕੇ ਆਖਣ ਦੀ ਕੋਸ਼ਿਸ਼ ਕਰ ਰਿਹਾ। ਮਤਲਬ ਰੱਬ ਨੂੰ ਆਖਿਆ ਨਹੀਂ ਜਾ ਸਕਦਾ, ਰੱਬ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਰੱਬ ਬਿਆਨ ਤੋਂ ਰਹਿਤ ਹੈ। ਗੁਰੂ ਕਲਗੀਧਰ ਸਾਹਿਬ ਕਹਿੰਦੇ ਅਲੇਖ ਹੈ। ਉਹ ਕੀ ਹੈ? ਲੇਖ ਤੋਂ ਰਹਿਤ ਹੈ। ਉਹਦੀ ਤਸਵੀਰ ਨਹੀਂ ਬਣੇਗੀ, ਉਹਦੀ ਤਸਵੀਰ ਨਾ ਬਣੇਗੀ ਤੇ ਨਾ ਹੀ ਕੋਈ ਬਣਾਉਣ ਵਾਲਾ ਬਣਿਆ, ਨਾ ਉਹਦੀ ਤਸਵੀਰ ਕੋਈ ਬਣਾ ਸਕਦਾ, ਨਾ ਉਹਦੀ ਤਸਵੀਰ ਬਣੇਗੀ, ਨਾ ਉਹਦਾ ਕੋਈ ਲੇਖ ਲਿਖ ਸਕਦਾ, ਤੇ ਨਾ ਹੀ ਲੇਖ ਲਿਖਣ ਵਾਲਾ ਬਣਿਆ। ਭਗਤ ਕਬੀਰ ਸਾਹਿਬ ਨੂੰ ਪੜ੍ਹੋ, ਉਹਨਾਂ ਜ਼ਿਕਰ ਕਰਦਿਆਂ ਕਿੱਡਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਕਬੀਰ ਸਾਤ ਸਮੁੰਦੈ ਮਸ ਕਰੋ, ਕਲਮ ਕਰੋ ਬਨ ਰਾਏ, ਬਸੁਦਾ ਕਾਗਜ਼ ਜਾਓ ਕਰੋ, ਹਰ ਜਸ ਲਿਖਣ ਨਾ ਜਾਏ। ਨਹੀਂ ਲੇਖਾ ਲਿਖਿਆ ਜਾਣਾ ਉਹਦਾ। ਉਹ ਹੈ ਹੀ ਇਤਨਾ ਵਿਸ਼ਾਲ, ਇਤਨਾ ਵੱਡਾ ਹੈ ਕਿ ਅਸੀਂ ਕਿਸੇ ਪ੍ਰਕਾਰ ਵੀ ਉਹਨੂੰ ਬਿਆਨ ਨਹੀਂ ਕਰ ਸਕਦੇ, ਕਿਸੇ ਪ੍ਰਕਾਰ ਅਸੀਂ ਉਹਨੂੰ ਲਿਖ ਨਹੀਂ ਸਕਦੇ, ਕਿਸੇ ਪ੍ਰਕਾਰ ਉਹਦੀ ਤਸਵੀਰ ਨਹੀਂ ਬਣਾ ਸਕਦੇ, ਕਿਸੇ ਪ੍ਰਕਾਰ ਉਹਦਾ ਆਕਾਰ ਨਹੀਂ ਬਣਾ ਸਕਦੇ। ਮੇਰੇ ਮਾਲਕ ਜੀ ਕਹਿੰਦੇ ਅਲੇਖ ਹੈ। ਫਿਰ ਕਹਿੰਦੇ ਅਪੇਖ ਹੈ। ਅਪੇਖ ਜਿਹੜਾ ਭੇਖ ਤੋਂ ਰਹਿਤ ਹੈ। ਭੇਖਾਂ ਦੇ ਨਾਲ ਕਦੇ ਰੱਬ ਨਹੀਂ ਮਿਲਿਆ, ਕਿਉਂਕਿ ਉਹ ਆਪ ਅਪੇਖ ਹੈ। ਤੇ ਜਿਹੜਾ ਅਪੇਖ ਹੈ ਉਹਨੂੰ ਭੇਖ ਤੋਂ ਰਹਿਤ ਹੋ ਕੇ ਜਿਹੜਾ ਉਹਦਾ ਮਿਲਾਪ ਹੋਏਗਾ। ਭੇਖ ਉੱਤੇ ਭੇਖੀ ਹੀ ਰੀਝਦਾ ਹੈ। ਅਪੇਖ ਜਦੋਂ ਰੀਝੇਗਾ ਉਹਨੇ ਅਪੇਖ ਉੱਤੇ ਹੀ ਰੀਝਣਾ। ਭੇਖੀ ਬੰਦਾ ਭੇਖੀ ਉੱਤੇ ਪ੍ਰਸੰਨ ਹੋਏਗਾ। ਜਿਹੜਾ ਖੁਦ ਭੇਖ ਢੋਂਗ ਪਿਆ ਕਰਦਾ ਹੈ, ਖੁਦ ਜਿਹੜਾ ਵਿਖਾਵਾ ਪਿਆ ਕਰਦਾ ਹੈ, ਉਹਨੇ ਜਦੋਂ ਪ੍ਰਸੰਨ ਹੋਣਾ ਤੇ ਉਹਨੇ ਵਿਖਾਵਾ ਕਰਨ ਵਾਲੇ ਤੇ ਪ੍ਰਸੰਨ ਹੋਣਾ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਰੱਬ ਅਪੇਖ ਹੈ, ਮਤਲਬ ਉਹ ਭੇਖ ਨਹੀਂ ਕਰਦਾ,
ਉਹ ਕਦੇ ਵਿਖਾਵਾ ਨਹੀਂ ਕਰਦਾ, ਜਾਂ ਉਹ ਭੇਖ ਤੋਂ ਰਹਿਤ ਹੈ। ਤੇ ਜਿਹੜਾ ਭੇਖ ਤੋਂ ਰਹਿਤ ਹੈ ਉਹ ਪ੍ਰਸੰਨ ਕਿਹਦੇ ਤੇ ਹੋਏਗਾ? ਜਿਹੜਾ ਖੁਦ ਭੇਖ ਤੋਂ ਰਹਿਤ ਹੋਏਗਾ। ਇਸੇ ਕਰਕੇ ਤੇ ਜਦੋਂ ਧਰਮ ਦੀ ਗੱਲ ਕੀਤੀ ਜਾਂਦੀ ਹੈ, ਗੁਰੂ ਨਾਨਕ ਸਾਹਿਬ ਨੇ ਜਦੋਂ ਧਰਮ ਦੀ ਬਾਤ ਕੀਤੀ ਤੇ ਬਾਬੇ ਨਾਨਕ ਨੇ ਧਰਮ ਦੀ ਬਾਤ ਕਰਦਿਆਂ ਦੁਨੀਆ ਨੂੰ ਇਹ ਸਮਝਾਇਆ ਸੀ, ਦੁਨੀਆ ਦੇ ਲੋਕੋ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚੋਂ ਭੇਖ ਜਿਹੜਾ ਉਹਦਾ ਤਿਆਗ ਕਰਦੇ ਹੋ। ਭੇਖ ਉੱਤੇ ਕਦੇ ਪ੍ਰਭੂ ਨਹੀਂ ਰੀਝੇਗਾ, ਪਹਿਰਾਵੇ ਉੱਤੇ ਕਦੇ ਪ੍ਰਭੂ ਪ੍ਰਸੰਨ ਨਹੀਂ ਹੋਏਗਾ। ਤੁਸੀਂ ਭੇਖ ਦਾ ਤਿਆਗ ਕਰਕੇ ਧਰਮ ਦੇ ਨਿਯਮਾਂ ਦੀ ਪਾਲਣਾ ਕਰਨੀ ਸਿੱਖ ਲਓ। ਜੋ ਤੁਹਾਡਾ ਧਰਮ ਤੁਹਾਨੂੰ ਕਹਿੰਦਾ ਹੈ ਉਹਨਾਂ ਨੂੰ ਪਾਲਣਾ ਸਿੱਖ ਲਓ। ਜਦੋਂ ਧਰਮ ਦੇ ਨਿਯਮਾਂ ਦੀ ਪਾਲਣਾ ਸਿੱਖ ਲਓਗੇ ਭੇਖ ਦਾ ਤਿਆਗ ਕਰਕੇ, ਉਸ ਦਿਨ ਉਹ ਆਪ ਪਰਮੇਸ਼ਵਰ ਤੁਹਾਡੇ ਤੇ ਪ੍ਰਸੰਨਤਾ ਧਾਰਨ ਕਰੇਗਾ। ਆਹੋ ਤਰੀਕਾ ਤੇ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸੰਸਾਰ ਨੂੰ ਵੀ ਦੁਨੀਆ ਦੇ ਲੋਕੋ ਰੱਬ ਭੇਖੀ ਨਹੀਂ ਹੈ, ਤੇ ਜੇ ਰੱਬ ਭੇਖੀ ਨਹੀਂ ਹੈ ਫਿਰ ਉਹ ਤੁਹਾਡਾ ਭੇਖ ਕਿੱਥੋਂ ਪਸੰਦ ਕਰੇਗਾ? ਰੱਬ ਕਦੇ ਭੇਖ ਕਰਕੇ ਦੁਨੀਆ ਨੂੰ ਨਹੀਂ ਭਰਮਾਉਂਦਾ। ਤੇ ਦੁਨੀਆ ਦੇ ਲੋਕੋ ਜੇ ਤੁਸੀਂ ਆਪ ਭੇਖ ਧਾਰਨ ਕਰਕੇ ਰੱਬ ਨੂੰ ਭਰਮਾਉਂਦੇ ਫਿਰੋਗੇ ਤੇ ਰੱਬ ਕਿੱਥੋਂ ਭਰਮ ਜਾਏਗਾ? ਮੇਰੇ ਸਾਹਿਬ ਕਹਿੰਦੇ ਅਭੇਖ ਹੈ, ਉਹ ਭੇਖ ਤੋਂ ਰਹਿਤ ਹੈ, ਉਹ ਕਿਸੇ ਭੇਖ ਵਿੱਚ ਨਹੀਂ ਆਉਂਦਾ, ਉਹਦਾ ਪਹਿਰਾਵਾ ਕੋਈ ਨਹੀਂ ਹੈ। ਫਿਰ ਅਨਾਮ ਹੈ। ਹੁਣ ਵੇਖੋ ਪਿੱਛੇ ਵੀ ਆਪਾਂ ਵਿਚਾਰਦੇ ਆਏ ਹਾਂ, ਜਦੋਂ ਭੁਯੰਗ ਪ੍ਰਿਆਤ ਛੰਦ ਦੀ ਜ਼ਿਕਰ ਕੀਤਾ ਸੀ ਤੇ ਉਹਦੇ ਵਿੱਚ ਧੰਨ ਗੁਰੂ ਕਲਗੀਧਰ ਸਾਹਿਬ ਨੇ ਕਿਹਾ ਨਮਸਤੰ ਅਨਾਮੇ, ਮਤਲਬ ਤੇਰਾ ਨਾਮ ਕੋਈ ਨਹੀਂ ਇਸ ਕਰਕੇ ਤੈਨੂੰ ਨਮਸਕਾਰ ਹੈ। ਇੱਥੇ ਕਹਿ ਰਹੇ ਅਨਾਮ ਹੈ। ਅੱਜ ਦੁਨੀਆ ਦੇ ਉੱਤੇ ਝਗੜਾ ਕਿਸ ਚੀਜ਼ ਨੂੰ ਲੈ ਕੇ ਹੈ? ਰੱਬ ਦੇ ਨਾਵਾਂ ਨੂੰ ਲੈ ਕੇ ਝਗੜੇ ਨੇ। ਖਿਮਾ ਕਰਿਓ ਮੈਂ ਇਹ ਲਫ਼ਜ਼ ਵਰਤਣ ਲੱਗਿਆ, ਇੱਕ ਨਾਮ ਲੈਣ ਵਾਲਾ ਦੂਜੇ ਨਾਮ ਲੈਣ ਵਾਲੇ ਦੇ ਨਾਲ ਈਰਖਾ ਕਰਕੇ ਬੈਠਾ ਹੈ। ਸਤਿਗੁਰੂ ਜੀ ਦੀ ਬਾਣੀ ਪੜ੍ਹੋ। ਮਾਲਕ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਆਖਿਆ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ ਕੋਈ ਅੱਲਾ ਏ। ਹੁਣ ਇਹ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਵੀ ਕੋਈ ਰਾਮ ਰਾਮ ਕਹਿਣ ਵਾਲਾ, ਕੋਈ ਖੁਦਾ ਖੁਦਾ ਆਖਣ ਵਾਲਾ, ਕੋਈ ਗੁਸਾਈਆਂ ਕਹਿ ਕੇ ਉਹਨੂੰ ਅਲਾਰਿਆ ਤੇ ਕੋਈ ਅੱਲਾ ਕਹਿ ਕੇ ਉਦੋਂ ਹੀ ਉਪਾਸਨਾ ਪਿਆ ਕਰਦਾ ਹੈ। ਹੁਣ ਇਹਨਾਂ ਚੀਜ਼ਾਂ ਨੂੰ ਹੀ ਜਦੋਂ ਅਸੀਂ ਸਮਝਾਂਗੇ, ਅੱਲਾ ਕਹਿਣ ਵਾਲਾ ਰਾਮ ਕਹਿਣ ਵਾਲੇ ਨੂੰ ਮਾੜਾ ਕਹਿ ਰਿਹਾ, ਰਾਮ ਰਾਮ ਆਖਣ ਵਾਲਾ ਅੱਲਾ ਅੱਲਾ ਆਖਣ ਵਾਲੇ ਨੂੰ ਅਪਸ਼ਬਦਾਵਲੀ ਬੋਲਦਾ। ਰੱਬ ਦਾ ਕੋਈ ਖਾਸ ਨਾਮ ਨਹੀਂ, ਉਹ ਸੀਮਤ ਨਹੀਂ ਹੈ। ਮੈਂ ਕਿਸੇ ਵੀ ਨਾਮ ਨਾਲ ਸੰਬੋਧਨ ਕਰਕੇ ਉਹਨੂੰ ਗਾ ਸਕਦਾ ਹਾਂ, ਕਿਸੇ ਵੀ ਨਾਮ ਦੇ ਨਾਲ ਮੈਂ ਉਹਦੀ ਆਰਾਧਨਾ ਕਰ ਸਕਦਾ। ਗੁਰਬਾਣੀ ਨੇ ਤੇ ਇੱਥੋਂ ਤੱਕ ਕਹਿਤਾ ਵੀ ਜੇ ਰੱਬ ਨੂੰ ਤੂੰ ਪਿਤਾ ਕਹਿ ਕੇ ਆਵਾਜ਼ ਮਾਰੇਗਾ ਉਹ ਪਿਤਾ ਕਹਿ ਬਣ ਕੇ ਵੀ ਆ ਜਾਂਦਾ ਤੇਰੇ ਸਾਹਮਣੇ। ਜੇ ਉਹਨੂੰ ਮਾਂ ਕਹਿ ਕੇ ਆਵਾਜ਼ ਮਾਰੇਗਾ ਤੇ ਉਹ ਮਾਂ ਰੂਪ ਵਿੱਚ ਆ ਜਾਂਦਾ। ਜੇ ਉਹਨੂੰ ਭਰਾ ਕਹਿ ਕੇ ਆਵਾਜ਼ ਮਾਰੇਗਾ ਉਹ ਭਰਾ ਬਣ ਕੇ ਵੀ ਆ ਜਾਂਦਾ। ਉਹਨੂੰ ਪੁੱਤਰ ਧੀਆਂ ਕਹਿ ਕੇ ਆਵਾਜ਼ ਮਾਰੇਗਾ ਉਹ ਪੁੱਤਰ ਧੀ ਦੇ ਰੂਪ ਵਿੱਚ ਆ ਜਾਂਦਾ ਹੈ। ਤੇ ਝਗੜਾ ਕਿਸ ਬਾਤ ਦਾ ਹੈ? ਜਿਹੜਾ ਅੱਜ ਦੇ ਸਮੇਂ ਵਿੱਚ ਹਾਲਾਤ ਬਣੇ ਹੋਏ ਨੇ ਸੰਸਾਰ ਦੇ ਜਾਂ ਸਮਾਜ ਦੇ, ਤੇ ਉਹ ਝਗੜਾ ਕਿਸ ਬਾਤ ਨੂੰ ਲੈ ਕਰਕੇ? ਮੈਂ ਰੱਬ ਨੂੰ ਜਿਸ ਮਰਜ਼ੀ ਰੂਪ 'ਚ ਆਵਾਜ਼ ਮਾਰ ਲਾਂ, ਜਿਸ ਰੂਪ 'ਚ ਮੈਂ ਆਵਾਜ਼ ਮਾਰਾਂਗਾ ਉਹਨੇ ਉਸੇ ਰੂਪ 'ਚ ਮੇਰੇ ਸਾਹਮਣੇ ਆ ਜਾਣਾ। ਜਿਸ ਰੂਪ ਦੇ ਅੰਦਰ ਮੈਂ ਉਹਦੀ ਆਰਾਧਨਾ ਕਰਾਂਗਾ ਉਹ ਉਸੇ ਰੂਪ ਵਿੱਚ ਹੀ ਮੈਨੂੰ ਮਿਲ ਜਾਏਗਾ। ਇਸੇ ਕਰਕੇ ਤੇ ਸਾਹਿਬ ਨੇ ਆਖਿਆ ਭਾਈ ਉਹਦਾ ਕੋਈ ਖਾਸ ਨਾਮ ਨਹੀਂ ਹੈ, ਉਹਨੂੰ ਜਿਸ ਮਰਜ਼ੀ ਨਾਮ ਨਾਲ ਆਵਾਜ਼ ਮਾਰ ਲਓ। ਮੈਂ ਉਹਨੂੰ ਭਾਵੇਂ ਰਾਮ ਕਹਿ ਲਾ, ਮੈਂ ਉਹਨੂੰ ਭਾਵੇਂ ਗੋਬਿੰਦ ਕਹਿ ਲਾ, ਮੈਂ ਉਹਨੂੰ ਭਾਵੇਂ ਈਸ਼ਰ ਕਹਿ ਲਾ, ਮੈਂ ਉਹਨੂੰ ਭਾਵੇਂ ਕਿਸੇ ਨਾਮ ਨਾਲ ਆਵਾਜ਼ ਮਾਰ ਲਾ। ਉਹਨੂੰ ਗੋਬਿੰਦ ਕਹਿ ਕੇ ਆਵਾਜ਼ ਮਾਰਾਂਗਾ ਉਹ ਗੋਬਿੰਦ ਰੂਪ ਵਿੱਚ ਆ ਜਾਏਗਾ, ਉਹਨੂੰ ਗੋਪਾਲ ਕਹਿ ਕੇ ਆਵਾਜ਼ ਮਾਰਾਂਗਾ ਉਹ ਗੋਪਾਲ ਰੂਪ ਵਿੱਚ ਆ ਜਾਏਗਾ। ਮੈਂ ਉਹਨੂੰ ਕਿਸੇ ਰੂਪ ਵਿੱਚ ਵੀ ਜਿਹੜੇ ਮਰਜ਼ੀ ਰੂਪ ਦੇ ਅੰਦਰ ਜਦੋਂ ਆਵਾਜ਼ ਮਾਰਾਂਗਾ, ਕਿਉਂਕਿ ਧੰਨ ਗੁਰੂ ਕਲਗੀਧਰ ਸਾਹਿਬ ਨੇ ਜਦੋਂ ਜਾਪ ਸਾਹਿਬ ਦੀ ਆਰੰਭਤਾ ਕੀਤੀ, ਜਾਪ ਸਾਹਿਬ ਦੀ ਆਰੰਭਤਾ ਦੇ ਵਿੱਚ ਮਾਲਕ ਨੇ ਇੱਕ ਜਿਹੜੀ ਸਿੱਖਿਆ ਉਹ ਸਾਨੂੰ ਦੇ ਦਿੱਤੀ। ਉਹਦੇ ਵਿੱਚ ਸਾਹਿਬ ਨੇ ਇਹ ਕਹਿ ਦਿੱਤਾ ਹੈ, ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਬਸ ਇਸ ਗੱਲ ਨੂੰ ਖਿਆਲ ਵਿੱਚ ਰੱਖ ਕੇ ਚੱਲੀਏ, ਅਸੀਂ ਰੱਬ ਦੇ ਸਾਰੇ ਨਾਮ ਨਹੀਂ ਆਖ ਸਕਦੇ। ਰੱਬ ਦੇ ਜਿੰਨੇ ਨਾਮ ਨੇ ਸਾਰੇ ਕਰਮ ਨਾਮ ਨੇ। ਅਸੀਂ ਜਿਹੜਾ ਕਰਮ ਰੱਬ ਦਾ ਵੇਖਿਆ ਉਸੇ ਨਾਮ ਨਾਲ ਸੰਬੋਧਨ ਕਰ ਲਿਆ, ਤੇ ਜਿਹੜੇ ਕਰਮ ਨੂੰ ਵੇਖ ਕੇ ਅਸੀਂ ਸੰਬੋਧਨ ਕਰਕੇ ਉਹਦਾ ਨਾਮ ਲੈ ਲਾਂਗੇ ਉਹਨੇ ਉਸੇ ਨਾਮ ਵਿੱਚ ਹੀ ਮਿਲ ਜਾਣਾ। ਉਹਦਾ ਕੋਈ ਖਾਸ ਨਾਮ ਨਹੀਂ।
ਜਾਂ ਮੈਂ ਇਸ ਝਗੜੇ ਨੂੰ ਲੈ ਕੇ ਬੈਠਾ ਰਵਾਂ ਜੀ, ਮੈਂ ਜੇ ਇਹ ਨਾਮ ਲੈਣਾ ਤੇ ਤੁਹਾਨੂੰ ਵੀ ਇਹੀ ਨਾਮ ਲੈਣਾ ਪੈਣਾ। ਨਹੀਂ, ਮੈਂ ਕਿਸੇ ਦੇ ਮਸਤਕ ਉੱਤੇ ਰੱਬ ਦਾ ਨਾਮ ਥੋਪ ਨਹੀਂ ਸਕਦਾ। ਹੋ ਸਕਦਾ ਜਿਹੜੇ ਨਾਮ ਨੂੰ ਮੈਂ ਆਰਾਧ ਰਿਹਾ, ਜਿਹੜੇ ਨਾਮ ਨਾਲ ਮੈਂ ਰੱਬ ਨੂੰ ਪੁਕਾਰ ਰਿਹਾ, ਦੂਜਾ ਉਸ ਨਾਮ ਨਾਲ ਨਾ ਪੁਕਾਰਨਾ ਚਾਹੁੰਦਾ ਹੋਵੇ, ਉਹ ਕਿਸੇ ਹੋਰ ਗੁਣ ਨੂੰ ਰੱਬ ਦੇ ਨੂੰ ਵੇਖਦਾ ਹੋਵੇ। ਜੇ ਉਹਨੇ ਕਿਸੇ ਹੋਰ ਗੁਣ ਨੂੰ ਵੇਖਿਆ ਤੇ ਉਹਨੇ ਜਿਹੜਾ ਗੁਣ ਵੇਖਿਆ ਉਹ ਉਸ ਗੁਣ ਨਾਲ ਰੱਬ ਨੂੰ ਪੁਕਾਰੇਗਾ, ਉਹ ਮੇਰੇ ਪੁਕਾਰੇ ਨਾਮ ਨਾਲ ਨਹੀਂ ਪੁਕਾਰਦਾ। ਜਿਵੇਂ ਇੱਕ ਸੌਖਾ ਜਿਹਾ ਮੈਂ ਪੱਖ ਸੰਸਾਰਕ ਰੱਖਦਾ ਚੱਲਾਂ, ਇੱਕ ਨੇ ਰੱਬ ਨੂੰ ਜਦੋਂ ਵੇਖਿਆ ਤੇ ਉਹਨੇ ਇਹ ਕਿਹਾ, ਰੱਬ ਜੀ ਤੁਸੀਂ ਗਰੀਬਾਂ ਤੇ ਦਇਆ ਕਰਦੇ ਹੋ, ਗਰੀਬ ਨਵਾਜ਼। ਹੁਣ ਉਹਨੇ ਜਦੋਂ ਰੱਬ ਨੂੰ ਆਵਾਜ਼ ਮਾਰਨੀ, ਉਹਨੇ ਗਰੀਬ ਨਵਾਜ਼ ਕਹਿ ਕੇ ਮਾਰਨੀ ਹੈ। ਉਹ ਜਦੋਂ ਆਵਾਜ਼ ਮਾਰੇਗਾ ਉਹ ਕੀ ਕਹੇਗਾ? ਰੱਬ ਜੀ ਤੁਸੀਂ ਗਰੀਬ ਨਵਾਜ਼। ਹੁਣ ਜਿਹੜਾ ਬੰਦੇ ਨੇ ਗਰੀਬ ਨਵਾਜੀ ਵੇਖੀ ਹੈ ਉਹੀ ਕਹੇਗਾ ਨਾ ਰੱਬ ਗਰੀਬ ਨਵਾਜ਼ ਹੈ। ਤੇ ਜਿੰਨੇ ਗਰੀਬ ਨਵਾਜੀ ਰੱਬ ਦੀ ਨਾ ਵੇਖੀ ਹੋਵੇ, ਨਾ ਮਹਿਸੂਸ ਕੀਤੀ ਹੋਵੇ, ਅਸੀਂ ਉਹਨੂੰ ਜਿੰਨਾ ਮਰਜ਼ੀ ਕਹਿ ਲਈਏ ਵੀ ਤੂੰ ਕਿਆ ਕਰ ਰੱਬਾ, ਗਰੀਬ ਨਵਾਜ਼ ਹੈ ਤੂੰ ਆਖਿਆ ਕਰ ਰੱਬ ਜੀ ਗਰੀਬ, ਉਹ ਨਹੀਂ ਆਖੇਗਾ। ਉਹਨੇ ਜਿਸ ਗੁਣ ਨੂੰ ਰੱਬ ਦੇ ਨੂੰ ਵੇਖਣਾ, ਉਹਨੇ ਉਸੇ ਗੁਣ ਦੇ ਨਾਲ ਰੱਬ ਨੂੰ ਸੰਬੋਧਨ ਕਰਨਾ। ਜੇ ਉਹਨੇ ਵੇਖਿਆ ਵੀ ਰੱਬ ਧਰਤੀ ਦੀ ਪਾਲਣਾ ਕਰ ਰਿਹਾ, ਹੁਣ ਉਹ ਗੋਪਾਲ ਕਹਿ ਕੇ ਸੰਬੋਧਨ ਕਰੇਗਾ। ਉਹਨੇ ਜਦੋਂ ਕਹਿਣਾ ਰੱਬ ਨੂੰ ਹੇ ਗੋਪਾਲ, ਹੇ ਗੋਬਿੰਦ, ਉਹ ਇਹੀ ਆਖੇਗਾ ਨਾ। ਤੇ ਜਦੋਂ ਹੁਣ ਜਿੰਨੇ ਗਰੀਬ ਨਵਾਜੀ ਵੇਖੀ ਉਹ ਕਹਿੰਦਾ ਹੇ ਗਰੀਬ ਨਵਾਜ। ਜਿੰਨੇ ਗੋਬਿੰਦ ਨੂੰ ਗੋਬਿੰਦ ਰੂਪ ਵਿੱਚ ਵੇਖਿਆ ਉਹਨੇ ਕਹਿ ਦਿੱਤਾ ਹੇ ਗੋਬਿੰਦ। ਜਿੰਨੇ ਗੋਪਾਲ ਰੂਪ ਵਿੱਚ ਵੇਖਿਆ ਉਹਨੇ ਕਹਿ ਦਿੱਤਾ ਹੇ ਗੋਪਾਲ, ਹੇ ਦਇਆਲ। ਉਹ ਸਾਰੇ ਦੇ ਸਾਰੇ ਜਿਹੜੇ ਜ਼ਿਕਰ ਸਤਿਗੁਰੂ ਜੀ ਬਾਣੀ 'ਚ ਕਰਦੇ, ਕਿਉਂਕਿ ਰੱਬ ਦੇ ਜਿੰਨੇ ਨਾਮ ਨੇ ਸਾਰੇ ਦੇ ਸਾਰੇ ਕਰਮ ਨਾਮ ਨੇ। ਉਹ ਸਾਰੇ ਦੇ ਸਾਰੇ ਕਰਮ ਨਾਮਾਂ ਦਾ ਜਦੋਂ ਜ਼ਿਕਰ ਕਰਾਂਗੇ, ਜਿਹੜਾ ਮਨੁੱਖ ਜਿਸ ਕਰਮ ਨੂੰ ਨਿਹਾਰਦਾ ਉਹ ਉਸੇ ਕਰਮ ਨਾਲ ਰੱਬ ਨੂੰ ਚੇਤੇ ਕਰਦਾ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ, ਅਨਾਮ ਹੈ ਰੱਬ ਜੀ ਤੁਹਾਡਾ ਕੋਈ ਖਾਸ ਨਾਮ ਨਹੀਂ। ਫਿਰ ਅਕਾਮ ਹੈ, ਕੋਈ ਸ਼ਖਸ ਦੁਨੀਆ ਤੇ ਐਸਾ ਨਹੀਂ ਜਿਹੜਾ ਕਾਮਨਾ ਤੋਂ ਰਹਿਤ ਹੋਵੇ। ਚਾਹੇ ਕੋਈ ਅਮੀਰ ਹੈ ਤੇ ਭਾਵੇਂ ਕੋਈ ਗਰੀਬ ਹੈ, ਹਰ ਬੰਦਾ ਕਾਮਨਾ ਲੈ ਕੇ ਬੈਠਾ। ਅਮੀਰ ਦੀ ਕਾਮਨਾ ਉਹਦੇ ਮੁਤਾਬਕ, ਗਰੀਬ ਦੀ ਕਾਮਨਾ ਉਹਦੇ ਹਾਲਾਤ ਮੁਤਾਬਕ। ਇੱਛਾ ਤੇ ਹਾਲਾਤਾਂ ਮੁਤਾਬਕ ਹੀ ਪੈਦਾ ਹੁੰਦੀਆਂ ਨਾ, ਜਿੱਦਾਂ ਦੇ ਹਾਲਾਤ ਹੁੰਦੇ ਉਦਾਂ ਦੀ ਇੱਛਾ ਹੁੰਦੀ ਹੈ। ਰੱਬ ਜੀ ਤੁਸੀਂ ਕਾਮਨਾ ਤੋਂ ਰਹਿਤ ਹੋ, ਤੁਹਾਡੀ ਕੋਈ ਇੱਛਾ ਨਹੀਂ ਹੈ, ਕੋਈ ਕਾਮਨਾ ਨਹੀਂ ਹੈ, ਤੁਸੀਂ ਸਾਰੀਆਂ ਕਾਮਨਾਵਾਂ ਤੋਂ ਰਹਿਤ ਹੋ। ਰੱਬ ਦੀ ਕਿਹੜੀ ਕਾਮਨਾ ਦਾ ਜ਼ਿਕਰ ਕਰਾਂਗੇ, ਜਾਂ ਰੱਬ ਕਿਹੜੀ ਇੱਛਾ ਰੱਖ ਕੇ ਬੈਠਾ? ਤੇ ਜੇ ਰੱਬ ਇੱਛਾ ਰੱਖ ਕੇ ਬੈਠਾ ਤੇ ਉਹਨੇ ਇੱਛਾ ਪੂਰੀ ਕਿਹਦੇ ਕੋਲੋਂ ਕਰਵਾਉਣੀ? ਇਹ ਵੀ ਤੇ ਸੋਚੀਏ ਨਾ। ਅਸੀਂ ਤੇ ਇੱਛਾ ਰੱਖ ਕੇ ਬਹਿ ਜਾਂਦੇ ਆ, ਕਾਮਨਾ ਰੱਖ ਕੇ ਬਹਿ ਜਾਂਦੇ ਆ, ਹੱਥ ਜੋੜ ਕੇ ਅਰਜ਼ੋਈਆਂ ਕਰਨੀਆਂ ਸ਼ੁਰੂ ਕਰ ਦਈਆਂ ਵੀ ਰੱਬਾ ਸਾਡੀ ਆਹ ਕਾਮਨਾ ਹੈ, ਰੱਬ ਜੀ ਸਾਡੀ ਆਹ ਇੱਛਾ ਹੈ। ਸਾਨੂੰ ਪਤਾ ਵੀ ਸਾਡੀ ਇੱਛਾ ਰੱਬ ਨੇ ਪੂਰੀ ਕਰਨੀ। ਤੇ ਜੇ ਰੱਬ ਕੋਈ ਕਾਮਨਾ ਰੱਖੇ ਤੇ ਫਿਰ ਰੱਬ ਦੀ ਕਾਮਨਾ ਕੌਣ ਪੂਰੀ ਕਰੇ? ਰੱਬ ਦੀ ਇੱਛਾ ਕਿਹਨੇ ਪੂਰੀ ਕਰਨੀ ਹੈ? ਰੱਬ ਹੈ ਹੀ ਕਾਮਨਾ ਤੋਂ ਰਹਿਤ। ਸਤਿਗੁਰੂ ਕਹਿੰਦੇ ਅਕਾਮ ਹੈ, ਰੱਬ ਜੀ ਤੁਹਾਡੀ ਕੋਈ ਕਾਮਨਾ ਨਹੀਂ ਹੈ, ਹਰ ਤਰ੍ਹਾਂ ਦੀ ਇੱਛਾ ਤੋਂ ਤੁਸੀਂ ਰਹਿਤ ਹੋ। ਅਤੇ ਹੈ, ਅਪੇ ਹੈ, ਅਜੀਤ ਹੈ, ਅਪੀਤ ਹੈ। ਫਿਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਅਤੇ ਹੈ। ਅਤੇ ਜਿਹੜਾ ਮਨੁੱਖ ਦੀ ਸੋਚ ਤੋਂ ਪਰੇ ਹੋਵੇ, ਮਨੁੱਖ ਦੀ ਸੋਚ ਵਿੱਚ ਨਾ ਆਉਣ ਵਾਲਾ, ਜਿਹੜਾ ਮਨੁੱਖ ਦੀ ਸੋਚ ਵਿੱਚ ਆ ਜਾਏਗਾ ਉਹ ਕਦੇ ਪਰਮੇਸ਼ਵਰ ਨਹੀਂ ਹੋ ਸਕਦਾ। ਮਨੁੱਖਾਂ ਦੀ ਸੋਚ ਬੜੀ ਛੋਟੀ ਜਿਹੀ ਹੈ, ਬੜੀ ਸੀਮਤ ਜਿਹੀ ਹੈ, ਸੌੜੀ ਜਿਹੀ ਸੋਚ ਲੈ ਕੇ ਮਨੁੱਖ ਬੈਠੇ ਨੇ, ਬੜੀ ਨਿੱਕੀ ਜਿਹੀ ਸੋਚ ਲੈ ਕੇ ਬੈਠੇ। ਤੇ ਰੱਬ ਜਿਹੜਾ ਉਹ ਬਹੁਤ ਵਿਸ਼ਾਲ ਹੈ। ਛੋਟੀ ਸੋਚ ਵਿੱਚ ਰੱਬ ਕਦੇ ਆਉਂਦਾ ਨਹੀਂ। ਛੋਟੀ ਵਿੱਚ ਛੱਡੋ, ਰੱਬ ਵੱਡੀ ਸੋਚ ਵਿੱਚ ਵੀ ਨਹੀਂ ਆਉਂਦਾ। ਕਿਉਂਕਿ ਰੱਬ ਨੂੰ ਅਸੀਂ ਜਦੋਂ ਵੀ ਵਿਚਾਰਾਂਗੇ ਉਹਨੇ ਓਨਾ ਹੀ ਵਿਸ਼ਾਲਤਾ ਰੂਪ ਬਣਦੇ ਜਾਣਾ, ਜਿੱਡੀ ਸਾਡੀ ਸੋਚ ਵਿਸ਼ਾਲ ਹੁੰਦੀ ਜਾਏਗੀ। ਜੇ ਅੱਜ ਮੈਂ ਰੱਬ ਨੂੰ ਛੋਟੀ ਸੋਚ ਨਾਲ ਵੇਖ ਰਿਹਾ, ਕੱਲ ਨੂੰ ਸੋਚ ਥੋੜੀ ਵਿਸ਼ਾਲ ਹੋਏਗੀ, ਮੇਰਾ ਰੱਬ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਏਗਾ। 2 ਦਿਨਾਂ ਬਾਅਦ ਮੇਰਾ ਨਜ਼ਰੀਆ ਹੋਰ ਹੋ ਜਾਏਗਾ, 4 ਦਿਨਾਂ ਬਾਅਦ ਨਜ਼ਰੀਆ ਹੋਰ ਹੋ ਜਾਏਗਾ, 10 ਦਿਨਾਂ ਬਾਅਦ ਨਜ਼ਰੀਆ ਹੋਰ ਹੋ ਜਾਏਗਾ। ਕਿਉਂਕਿ ਜਿਵੇਂ ਜਿਵੇਂ ਮੇਰੀ ਸੋਚ ਨੇ ਵਿਸ਼ਾਲ ਹੁੰਦੇ ਜਾਣਾ। ਆਪਾਂ ਕੇਵਲ ਰੱਬ ਨੂੰ ਕਿਸੇ ਵੀ ਸੋਚ ਵਿੱਚ ਅਸੀਂ ਸੀਮਤ ਨਹੀਂ ਰੱਖ ਸਕਦੇ।
ਅੱਜ ਗਾਉਣ ਵਾਲੇ ਰੱਬ ਨੂੰ 10 ਬੈਠੇ ਨੇ, ਉਹ 10 ਆਪਣੀ ਜ਼ੁਬਾਨ ਨਾਲ ਗਾ ਰਹੇ ਨੇ, ਤੇ ਹੁਣ ਉਹ 10 ਇਹ ਨਹੀਂ ਕਹਿ ਸਕਦੇ ਵੀ ਅਸੀਂ ਗਾ ਲਿਆ ਤੇ ਰੱਬ ਮੁੱਕ ਗਿਆ। ਨਹੀਂ, ਜਿੱਦਣ ਬਹਿ ਕੇ 20 ਗਾਉਣ ਵਾਲੇ ਹੋ ਜਾਣਗੇ ਉਦਣ ਉਹਨੇ 20 ਨੇ ਆਪਣੇ ਆਪਣੇ ਤਰੀਕੇ ਨਾਲ ਗਾਉਣਾ, ਤੇ ਜਿੱਦਣ ਉਹਨੂੰ ਬੈਠ ਕੇ ਗਾਉਣ ਵਾਲੇ 30 ਹੋ ਜਾਣਗੇ ਉਹਨਾਂ 30 ਨੇ ਆਪਣੇ ਤਰੀਕੇ ਨਾਲ ਗਾਉਣਾ। ਉਹ ਤੇ ਵਿਸ਼ਾਲ ਹੁੰਦਾ ਜਾਏਗਾ ਨਾ, ਕਿੱਥੇ ਇੱਕ ਸੋਚ ਤੇ ਕਿੱਥੇ 30 ਮਨੁੱਖਾਂ ਦੀ ਸੋਚ। ਇੱਕ ਸੋਚ ਵੀ ਰੱਬ ਬਾਰੇ ਨਹੀਂ ਕੁਝ ਕਹਿ ਸਕੀ, 30 ਮਨੁੱਖਾਂ ਦੀ ਸੋਚ ਵੀ ਰੱਬ ਬਾਰੇ ਕੁਝ ਨਹੀਂ ਕਹਿ ਸਕੀ। 30 ਤੋਂ 300 ਹੋ ਜਾਣਗੇ, ਰੱਬ ਬਾਰੇ ਕੁਝ ਨਹੀਂ ਕਹਿ ਸਕਣਗੇ। 300 ਤੋਂ 3000 ਹੋ ਜਾਣਗੇ, ਰੱਬ ਬਾਰੇ ਕੁਝ ਨਹੀਂ ਆਖ ਸਕਣਗੇ। 30,000 3 ਲੱਖ 3 ਕਰੋੜ ਜਿੰਨੇ ਮਰਜ਼ੀ ਹੋ ਜਾਣ, ਰੱਬ ਬਾਰੇ ਕੀ ਆਖ ਲੈਣਗੇ? ਕਿਉਂਕਿ ਸੋਚ ਸਾਰਿਆਂ ਕੋਲ ਹੈ ਤੇ ਰੱਬ ਸੋਚ ਤੋਂ ਪਰੇ ਹੈ। ਰੱਬ ਸੋਚ ਵਿੱਚ ਆਉਂਦਾ ਹੀ ਨਹੀਂ ਹੈ, ਰੱਬ ਸੋਚ ਦੇ ਅਧੀਨ ਨਹੀਂ ਹੈ। ਜਿੱਥੇ ਸੋਚ ਤੋਂ ਪਰੇ ਹੋ ਕੇ ਵੇਖਾਂਗੇ ਉੱਥੇ ਸਾਨੂੰ ਨਜ਼ਰ ਆਏਗਾ ਪਰਮੇਸ਼ਵਰ, ਪਰ ਜਿੱਥੇ ਅਸੀਂ ਸੋਚ ਦੇ ਅਧੀਨ ਆ, ਚੇਤਾ ਰੱਖੀਏ ਉੱਥੇ ਰੱਬ ਨਹੀਂ ਜੇ ਹੋਏਗਾ। ਰੱਬ ਸੋਚ ਤੋਂ ਪਰੇ ਹੈ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਉਹ ਮਨੁੱਖਾਂ ਦੀ ਸੋਚ ਵਿੱਚ ਆਉਣ ਵਾਲਾ ਨਹੀਂ ਹੈ, ਅਭੇ ਹੈ, ਕਿਉਂਕਿ ਉਹਦਾ ਕਦੇ ਭੇਤ ਹੀ ਨਹੀਂ ਪਾਇਆ ਜਾ ਸਕਦਾ। ਰੱਬ ਦਾ ਭੇਤ ਕੀ ਪਾਵਾਂਗੇ, ਕੀ ਸਮਝਾਂਗੇ ਅਸੀਂ ਅਕਾਲ ਪੁਰਖ ਪਰਮੇਸ਼ਵਰ ਦਾ? ਉਹਦਾ ਭੇਤ ਕੀ ਸਾਡੇ ਮੱਤ ਵਿੱਚ ਆਏਗਾ? ਜੇ ਉਹਦਾ ਭੇਤ ਸਾਡੀ ਮੱਤ ਵਿੱਚ ਆ ਰਿਹਾ ਤੇ ਸੁਭਾਵਿਕ ਜਿਹੀ ਗੱਲ ਹੈ ਉਹ ਸਾਡੀ ਸੋਚ ਵਿੱਚ ਆ ਗਿਆ। ਜੇ ਸਾਡੀ ਸੋਚ ਵਿੱਚ ਆ ਗਿਆ ਫਿਰ ਉਹ ਅਧੇ ਨਹੀਂ ਹੋ ਸਕਦਾ। ਦੋਵੇਂ ਗੁਣ ਅਧੇ ਤੇ ਅਭੇ ਉਹ ਸੋਚ ਵਿੱਚ ਨਹੀਂ ਆਉਂਦਾ, ਕਿਉਂਕਿ ਉਹਦਾ ਭੇਤ ਕੋਈ ਨਹੀਂ। ਰੱਬ ਦਾ ਕੀ ਭੇਤ ਪਾਵਾਂਗੇ? ਇੱਥੇ ਤੇ ਰੱਬ ਦੇ ਬਣਾਏ ਬੰਦਿਆਂ ਦਾ ਭੇਤ ਕੋਈ ਨਹੀਂ। ਅੱਜ ਦੇ ਸਮੇਂ 'ਚ ਅਸੀਂ ਕਹਿੰਦੇ ਆ ਨਾ ਵੀ ਬੰਦੇ ਦਾ ਭੇਤ ਨਹੀਂ ਪਾਇਆ ਜਾ ਸਕਦਾ ਜੀ। ਜੇ ਰੱਬ ਦੇ ਬਣਾਏ ਬੰਦਿਆਂ ਦਾ ਭੇਤ ਨਹੀਂ ਪੈਂਦਾ ਤੇ ਫਿਰ ਰੱਬ ਤੇ ਬਣਾਉਣ ਵਾਲਾ ਰੱਬ ਦਾ ਭੇਤ ਕੀ ਪਾਵਾਂਗੇ? ਉਹ ਤੇ ਆਪ ਅਭੇਤ ਹੈ, ਅਭੇ ਹੈ। ਧੰਨ ਗੁਰੂ ਕਲਗੀਧਰ ਸਾਹਿਬ ਫਿਰ ਕਹਿੰਦੇ ਅਜੀਤ ਹੈ, ਉਹਨੂੰ ਕਦੇ ਜਿੱਤਿਆ ਨਹੀਂ ਜਾ ਸਕਦਾ। ਉਹ ਅਜਿੱਤ ਹੈ, ਉਹ ਜਿਹੜਾ ਹੈ ਉਹਦੇ ਉੱਤੇ ਕੋਈ ਜਿੱਤ ਪ੍ਰਾਪਤ ਨਹੀਂ ਕਰ ਸਕਦਾ। ਫਿਰ ਅਭੀਤ ਹੈ, ਅਭੀਤ ਤੋਂ ਭਾਵ ਡਰ ਤੋਂ ਰਹਿਤ, ਉਹ ਭੈ ਭੀਤ ਹੋਣ ਵਾਲਾ ਨਹੀਂ ਹੈ। ਉਹ ਅਭੀਤ ਹੈ, ਉਹਨੂੰ ਕੋਈ ਡਰਾ ਨਹੀਂ ਸਕਦਾ, ਕੋਈ ਭੈ ਭੀਤ ਨਹੀਂ ਕਰ ਸਕਦਾ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਖਿਆ, ਕਹਿੰਦੇ ਉਹਦੇ ਮਨ ਅੰਦਰ ਕਹਿ ਲਈਏ ਜਾਂ ਉਹਦੇ ਕੋਲ ਡਰ ਭਾਵਨਾ ਹੀ ਨਹੀਂ ਹੈ, ਤੇ ਜਿਹਦੇ ਕੋਲ ਡਰ ਭਾਵਨਾ ਨਹੀਂ ਉਹ ਕਦੇ ਕਿਸੇ ਕੋਲੋਂ ਭੈ ਭੀਤ ਨਹੀਂ ਹੋਵੇਗਾ। ਤ੍ਰਿਮਾਨ ਹੈ, ਨਿਦਾਨ ਹੈ, ਤ੍ਰਿਵਰਗ ਹੈ, ਅਸਰਗ ਹੈ। ਇਸ ਪੰਕਤੀ ਨੂੰ ਥੋੜਾ ਜਿਹਾ ਤਵੱਜੋ ਦੇ ਕੇ ਸਮਝਿਓ। ਆਪਾਂ ਮਨੁੱਖ ਬੈਠੇ ਆ, ਸਾਡੇ ਵਿੱਚੋਂ ਕੋਈ ਬੰਦਾ ਐਸਾ ਨਹੀਂ ਹੈ ਜਿਹੜਾ ਇਹ ਕਹਿੰਦਾ ਹੋਵੇ ਮੈਨੂੰ ਮਾਣ ਪ੍ਰਤਿਸ਼ਠਾ ਨਹੀਂ ਚਾਹੀਦੀ। ਹਰ ਬੰਦਾ ਚਾਹੁੰਦਾ ਮੇਰੀ ਮਾਣ ਤੇ ਪ੍ਰਤਿਸ਼ਠਾ ਹੋਵੇ, ਮਤਲਬ ਲੋਕ ਮੇਰਾ ਸਨਮਾਨ ਕਰਨ, ਮੇਰੇ ਅੱਗੇ ਸਿਰ ਨਿਵਾਉਣ। ਹਰ ਬੰਦਾ ਇਸ ਗੱਲ ਦੀ ਲੋਚਾ ਰੱਖਦਾ। ਪਰ ਜਦੋਂ ਮਨੁੱਖਾਂ ਦੇ ਮਾਣ ਦੀ ਗੱਲ ਕਰਾਂਗੇ ਤੇ ਅਲੱਗ-ਅਲੱਗ ਇਲਾਕਿਆਂ ਵਿੱਚ ਅਲੱਗ-ਅਲੱਗ ਮਨੁੱਖਾਂ ਦਾ ਸਨਮਾਨ ਹੈ। ਮਤਲਬ ਏਰੀਆ ਸੀਮਤ ਹੈ, ਕੋਈ ਕਿੰਨੇ ਕੁ ਏਰੀਏ 'ਚ ਸਨਮਾਨਿਆ ਜਾ ਰਿਹਾ, ਕੋਈ ਕਿੰਨੇ ਕੁ ਏਰੀਏ 'ਚ ਸਨਮਾਨਿਆ ਜਾ ਰਿਹਾ। ਕੋਈ ਆਪਣੇ ਵਰਗ ਦੇ ਲੋਕਾਂ ਵਿੱਚ ਹੀ ਸਨਮਾਨਿਆ ਜਾਂਦਾ, ਕੋਈ ਆਪਣੇ ਮੁਹੱਲੇ ਵਿੱਚ ਸਨਮਾਨਿਆ ਜਾਂਦਾ, ਕੋਈ ਆਪਣੇ ਨਗਰ ਵਿੱਚ ਸਨਮਾਨਿਆ ਜਾਂਦਾ, ਕੋਈ ਸ਼ਹਿਰ ਵਿੱਚ ਸਨਮਾਨਿਆ ਜਾਂਦਾ, ਕੋਈ ਰਾਜ ਵਿੱਚ ਸਨਮਾਨਿਆ ਜਾਂਦਾ, ਤੇ ਹੋ ਸਕਦਾ ਕੋਈ ਇੱਕ ਦੇਸ਼ ਵਿੱਚ ਸਨਮਾਨਿਆ ਜਾਂਦਾ ਹੋਵੇ। ਇਹਦੇ ਤੋਂ ਵੱਧ ਕੇ ਨਹੀਂ। ਜਾਂ ਇਹ ਹੋ ਸਕਦਾ ਵੀ ਕੋਈ 2 4 10 ਦੇਸ਼ਾਂ ਵਿੱਚ ਸਨਮਾਨਿਆ ਜਾਂਦਾ ਹੋਵੇਗਾ। ਪਰ ਜੇ ਅਸੀਂ ਇਹ ਕਹੀਏ ਵੀ ਸਾਰੀ ਦੁਨੀਆ ਉੱਤੇ ਇੱਕ ਬੰਦੇ ਦਾ ਸਨਮਾਨ ਹੁੰਦਾ ਹੋਵੇਗਾ, ਹੋ ਸਕਦਾ ਸਾਰੀ ਦੁਨੀਆ ਇੱਕ ਬੰਦੇ ਦਾ ਸਨਮਾਨ, ਦੁਨੀਆ ਮਤਲਬ ਮਨੁੱਖ, ਮਾਤ ਲੋਕ। ਹੁਣ ਜਦੋਂ ਦੇਵ ਲੋਕ ਦੀ ਗੱਲ ਕਰਾਂਗੇ, ਪਾਤਾਲ ਲੋਕ ਦੀ ਗੱਲ ਕਰਾਂਗੇ, ਕਿ ਇੱਕ ਸ਼ਖਸ ਨੂੰ ਦੇਵ ਲੋਕ ਸਨਮਾਨਣਗੇ? ਕਿ ਇੱਕ ਸ਼ਖਸ ਨੂੰ ਮਾਤ ਲੋਕ ਸਨਮਾਨ ਦੇਣਗੇ? ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਅਕਾਲ ਪੁਰਖ ਪਰਮੇਸ਼ਵਰ ਜੀ, ਤੁਹਾਡੀ ਹਸਤੀ ਜਿਹੜੀ ਹੈ ਨਾ, ਉਹ ਇੰਨੀ ਮਾਨ ਤੇ ਪ੍ਰਤਿਸ਼ਠਾ ਵਾਲੀ ਹੈ, ਤੁਹਾਨੂੰ ਤਿੰਨਾਂ ਲੋਕਾਂ ਵਿੱਚ ਹੀ ਲੋਕ ਜਿਹੜੇ ਉਹ ਸਿਰ ਨਿਵਾਉਂਦੇ ਨੇ। ਦੇਸ਼ਾਂ ਵਿੱਚ ਸਨਮਾਨ ਹੁੰਦਾ ਹੈ ਹਸਤੀਆਂ ਦਾ, ਸਾਰੇ ਦੇਸ਼ਾਂ ਵਿੱਚ ਸਨਮਾਨ ਹੁੰਦਾ ਹੋਏਗਾ, ਪਰ ਚੇਤਾ ਰੱਖੀਏ ਜਿੱਥੇ ਉਹਨਾਂ ਨੂੰ ਸਨਮਾਨ ਦੇਣ ਵਾਲੇ ਨੇ ਉੱਥੇ ਉਹਨਾਂ ਨੂੰ ਅਪਸ਼ਬਦਾਵਲੀ ਬੋਲਣ ਵਾਲੇ ਵੀ ਬਹੁਤ ਨੇ। ਇੱਕ ਹਸਤੀ ਦਾ, ਇੱਕ ਮਨੁੱਖ ਦਾ ਜੇ ਆਪਾਂ ਜ਼ਿਕਰ ਕਰਾਂਗੇ,
ਇੱਕ ਮੁਹੱਲੇ ਵਿੱਚ ਜੇ ਇੱਕ ਬੰਦੇ ਨੂੰ 10 ਜਣੇ ਸ਼ੋਭਾ ਦੇਣ ਵਾਲੇ, ਤੇ ਹੋ ਸਕਦਾ ਇੱਕ ਜਣਾ ਉਹਨੂੰ ਮਾੜਾ ਕਹਿਣ ਵਾਲਾ ਵੀ ਹੋਵੇ। ਸਾਰੇ ਦਾ ਸਾਰਾ ਮੁਹੱਲਾ ਚੰਗਾ ਕਹੇਗਾ, ਹੋ ਨਹੀਂ ਸਕਦਾ। ਸਾਰੇ ਦਾ ਸਾਰਾ ਨਗਰ ਚੰਗਾ ਕਹੇਗਾ, ਹੋ ਨਹੀਂ ਸਕਦਾ। ਸਾਰੇ ਦਾ ਸਾਰਾ ਦੇਸ਼ ਚੰਗਾ ਕਹੇਗਾ, ਉਸ ਮਨੁੱਖ ਨੂੰ ਕਦੇ ਵੀ ਨਹੀਂ ਹੋ ਸਕਦਾ। ਜੇ ਸਾਰਾ ਦੇਸ਼ ਚੰਗਾ ਕਹਿ ਰਿਹਾ ਨਾ, ਭਾਵੇਂ ਇੱਕ ਬੰਦਾ ਹੋਵੇ ਤੇ ਭਾਵੇਂ 2 ਹੋਣ, ਉਹ ਐਸੇ ਹੋਣਗੇ ਜਿਹੜੇ ਕਹਿਣਗੇ ਵੀ ਬੰਦਾ ਚੰਗਾ ਨਹੀਂ ਹੈ, ਬਾਕੀ ਸਾਰਾ ਦੇਸ਼ ਚੰਗਾ ਕਹਿ ਰਿਹਾ। ਪਰ ਜਦੋਂ ਰੱਬ ਦੀ ਗੱਲ ਆਏਗੀ, ਉਹਨੂੰ ਦੁਨੀਆ ਕੱਲੀ ਮਾਤ ਲੋਕ ਨਹੀਂ, ਉਹਨੂੰ ਪਾਤਾਲ ਲੋਕ ਵਾਲੇ ਵੀ ਚੰਗਾ ਕਹਿ ਰਹੇ ਨੇ, ਉਹਨੂੰ ਦੇਵ ਲੋਕ ਵਾਲੇ ਵੀ ਚੰਗਾ ਕਹਿ ਰਹੇ ਨੇ। ਔਰ ਚੇਤਾ ਰੱਖੀਏ, ਤਿੰਨੋਂ ਦੇ ਤਿੰਨੋਂ ਲੋਕ ਉਹਦੇ ਅੱਗੇ ਸਿਰ ਨਿਵਾਉਂਦੇ ਨੇ, ਉਹਦਾ ਮਾਨ, ਉਹਦੀ ਪ੍ਰਤਿਸ਼ਠਾ ਕਰਦੇ ਨੇ, ਉਹਦਾ ਸਤਿਕਾਰ ਤੇ ਅਦਬ ਕਰਦੇ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਤ੍ਰਿਮਾਨ ਹੈ ਰੱਬ ਜੀ, ਤੁਹਾਡਾ ਤਿੰਨਾਂ ਲੋਕਾਂ ਵਿੱਚ ਮਾਣ ਹੈ। ਭਾਵ ਸਾਰੇ ਦੇ ਸਾਰੇ ਲੋਕ ਤੁਹਾਡੇ ਅੱਗੇ ਸੀਸ ਝੁਕਾਉਂਦੇ ਨੇ, ਸਿਰ ਨਿਵਾਉਂਦੇ ਨੇ। ਮਾਤ ਲੋਕ ਨੇ ਵੀ ਸਿਰ ਨਿਵਾਇਆ, ਦੇਵ ਲੋਕ ਨੇ ਵੀ ਸਿਰ ਨਿਵਾਇਆ, ਪਾਤਾਲ ਲੋਕ ਵੀ ਆਪ ਜੀ ਅੱਗੇ ਸਿਰ ਨਿਵਾਉਂਦੇ ਨੇ, ਕਿਉਂਕਿ ਤੁਸੀਂ ਤਿੰਨਾਂ ਲੋਕਾਂ ਵਿੱਚ ਮਾਨ ਤੇ ਪ੍ਰਤਿਸ਼ਠਾ ਵਾਲੇ ਹੋ। ਜਦੋਂ ਦੇਵ ਲੋਕ ਨੇ ਪੂਜਾ ਕੀਤੀ ਤੇ ਕਿਹਦੀ ਕੀਤੀ? ਅਕਾਲ ਪੁਰਖ ਦੀ। ਜਦੋਂ ਮਾਤ ਲੋਕ ਨੇ ਪੂਜਿਆ ਤੇ ਕਿਹਨੂੰ ਪੂਜਿਆ? ਪਰਮੇਸ਼ਵਰ ਨੂੰ। ਜਦੋਂ ਪਾਤਾਲ ਲੋਕ ਪੂਜਦਾ ਤੇ ਕਿਹਦੀ ਪੂਜਾ ਕਰਦਾ? ਉਸ ਪ੍ਰਭੂ ਦੀ ਪੂਜਾ ਕਰਦਾ। ਤੇ ਸਾਰੇ ਦੇ ਸਾਰੇ ਲੋਕਾਂ ਨੇ ਜਦੋਂ ਸਿਰ ਨਿਵਾਇਆ ਤੇ ਕਿਹਦੇ ਅੱਗੇ ਨਿਵਾਇਆ? ਜਿਹੜਾ ਤਿੰਨਾਂ ਲੋਕਾਂ ਵਿੱਚ ਪ੍ਰਤਿਸ਼ਠਾ ਤੇ ਮਾਣ ਵਾਲਾ ਹੈ। ਫਿਰ ਕਹਿੰਦੇ, ਨਿਧਾਨ ਹੈ ਰੱਬ ਜੀ, ਤੁਸੀਂ ਬੜਾ ਵੱਡਾ ਖਜ਼ਾਨਾ ਹੋ। ਕਿੱਡਾ ਵੱਡਾ ਖਜ਼ਾਨਾ? ਜਿਹੜਾ ਕਦੇ ਮੁੱਕਣ ਵਾਲਾ ਹੀ ਨਹੀਂ ਹੈ। ਰੱਬ ਦੇ ਭੰਡਾਰਿਆਂ ਦੀ ਜਦੋਂ ਜ਼ਿਕਰ ਕੀਤਾ ਨਾ, ਗੱਲ ਕੀਤੀ, ਗੁਰੂ ਨਾਨਕ ਸਾਹਿਬ ਕਹਿੰਦੇ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਹੁਣ ਕਿਹੜਾ ਭੰਡਾਰਾ ਜਿਹੜਾ ਰੱਬ ਨੇ ਦੁਬਾਰਾ ਭਰਿਆ? ਕਿੰਨੇ ਸਾਲ ਹੋ ਗਏ ਸੰਸਾਰ ਬਣੇ, ਕਿੰਨੀਆਂ ਸਦੀਆਂ ਬੀਤ ਗਈਆਂ। ਕਿਤੇ ਸੁਣਿਆ ਵੀ ਰੱਬ ਨੇ ਆ ਭੰਡਾਰਾ ਦੁਬਾਰਾ ਭਰਨ ਵਾਸਤੇ ਖਜ਼ਾਨਾ ਇੱਕ ਵਾਰੀ ਖਾਲੀ ਕੀਤਾ ਤੇ ਸਫਾਈ ਕਰਕੇ ਦੁਬਾਰਾ ਭਰਨ ਲੱਗਾ? ਨਹੀਂ, ਉਹਨੇ ਜਿੰਨਾ ਖਜ਼ਾਨਾ ਭਰਨਾ ਸੀ ਉਹਨੇ ਭਰਤਾ, ਉਹ ਭਰੇ ਹੋਏ ਨੇ। ਤੇ ਉਹਦੇ ਭੰਡਾਰਿਆਂ ਨੂੰ ਲੈ ਕੇ ਹੀ ਗੁਰੂ ਨਾਨਕ ਸਾਹਿਬ ਜੀ ਬਾਣੀ 'ਚ ਆਖਦੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਸਾਨੂੰ ਕਹਿੰਦੀ ਹੈ, ਦੱਦਾ ਦਾਤਾ ਏਕ ਸਭ ਕੋ ਦੇਵਨ ਹਾਰ, ਦੇਂਦੇ ਟੋਟ ਨਾ ਆਵਈ ਅਗਣਤ ਭਰੇ ਭੰਡਾਰ। ਹੁਣ ਉਹਦੇ ਭੰਡਾਰ ਭਰੇ ਹੀ ਪਏ ਨੇ, ਸਾਰੇ ਜੀਵ ਖਾਈ ਜਾਂਦੇ ਨੇ, ਸਾਰੇ ਜੀਵ ਉਹਦੇ ਕੋਲੋਂ ਲਈ ਜਾਂਦੇ ਨੇ। ਕਦੇ ਉਹਦੇ ਖਜ਼ਾਨੇ 'ਚ ਕਮੀ ਆਈ? ਜਾਂ ਉਹਦੇ ਖਜ਼ਾਨਿਆਂ 'ਚ ਕਿਸੇ ਪ੍ਰਕਾਰ ਦਾ ਘਾਟਾ ਪਿਆ ਹੋਵੇ? ਜਾਂ ਰੱਬ ਨੇ ਕਦੇ ਆਖਿਆ ਹੋਵੇ, ਭਾਈ ਮੇਰੇ ਖਜ਼ਾਨਿਆਂ 'ਚ ਕਮੀ ਆ ਗਈ? ਮਨੁੱਖ ਦੇ ਖਜ਼ਾਨੇ ਕਦੇ ਭਰੇ? ਜਿਹਨੂੰ ਮਰਜ਼ੀ ਪੁੱਛ ਲਓ, ਅਗਲਾ ਹੀ ਕਹਿੰਦਾ ਖਜ਼ਾਨੇ 'ਚ ਕਮੀ ਆ ਗਈ। ਜਿਹਨੂੰ ਮਰਜ਼ੀ ਪੁੱਛ ਲਓ। ਭਾਵੇਂ ਅਸੀਂ ਆਪਣੀ ਗੱਲ ਹੀ ਕਰ ਲਈਏ, ਜੇ ਅਸੀਂ ਆਪਣੀ ਗੱਲ ਵੀ ਕਰਾਂਗੇ ਨਾ, ਤੇ ਅਸੀਂ ਖੁਦ ਆਪਣੀ ਜ਼ੁਬਾਨ ਤੋਂ ਇਹ ਗੱਲ ਕਵਾਂਗੇ ਜੀ ਸਾਡੇ ਖਜ਼ਾਨਿਆਂ 'ਚ ਕਮੀ ਹੈ। ਰੱਬ ਨੇ ਕਦੇ ਆ ਕੇ ਕਿਹਾ ਵੀ ਮੇਰੇ ਕੋਲੋਂ ਤੁਸੀਂ ਇੰਨੇ ਖਾਣ ਵਾਲੇ ਹੋ ਤੇ ਮੇਰੇ ਖਜ਼ਾਨੇ 'ਚ ਕਮੀ ਆ ਗਈ? ਸਾਡੇ ਕੋਲੋਂ ਕਿੰਨੇ ਕੁ ਮਨੁੱਖ ਖਾ ਲੈਣਗੇ? ਅਸੀਂ 4 ਬੰਦੇ ਪਰਿਵਾਰ ਵਿੱਚ 4 ਬੰਦਿਆਂ ਨੂੰ ਭੋਜਨ ਛਕਾ ਰਹੇ ਹਾਂ, 4ਾਂ ਨੂੰ ਛਕਾਉਂਦੇ ਅਸੀਂ ਹੱਥ ਖੜੇ ਕਰਕੇ ਕਹਿ ਦਈਦਾ ਸਾਡਾ ਖਜ਼ਾਨਾ ਖਾਲੀ ਹੋ ਗਿਆ। ਜੇ ਇੱਕ ਦੇਸ਼ ਦੇ ਅੰਦਰ, ਇੱਕ ਰਾਜ ਦੇ ਅੰਦਰ, ਰਾਜ ਦੀ ਪ੍ਰਜਾ ਕਿਤੇ ਕੁਝ ਕੁ ਸਹੂਲਤਾਂ ਮਾਣ ਰਹੀ ਹੈ, ਤੇ ਫਿਰ ਰਾਜ ਦਾ ਰਾਜਾ ਜਿਹੜਾ ਉਹ ਪਹਿਲਾਂ ਹੀ ਹੱਥ ਖੜੇ ਕਰ ਦਿੰਦਾ, ਭਾਈ ਮੇਰਾ ਖਜ਼ਾਨਾ ਖਾਲੀ ਹੋ ਗਿਆ, ਹੁਣ ਪਹਿਲਾਂ ਭਰੋ ਇਹਨੂੰ। ਤੇ ਰੱਬ ਨੇ ਕਦੇ ਇਹ ਨਹੀਂ ਕਿਹਾ ਵੀ ਮੇਰਾ ਖਜ਼ਾਨਾ ਖਾਲੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਨਿਧਾਨ ਹੈ ਰੱਬ ਜੀ, ਤੁਸੀਂ ਖੁਦ ਬੜਾ ਵੱਡਾ ਖਜ਼ਾਨਾ ਹੋ ਤੇ ਤੁਹਾਡੇ ਖਜ਼ਾਨੇ ਵਿੱਚ ਕਦੇ ਕਮੀ ਨਹੀਂ ਆਉਣ ਵਾਲੀ। ਫਿਰ ਕਹਿੰਦੇ, ਤ੍ਰਿਵਰਗ ਹੈ, ਤ੍ਰਿਵਰਗ ਜਿਹਦੇ ਕੋਲ ਜਗਤ ਦੇ 3 ਪਦਾਰਥ ਨੇ। ਵੈਸੇ ਤੇ 4 ਪਦਾਰਥਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਧਰਮ, ਅਰਥ, ਕਾਮ ਤੇ ਮੋਖ। ਪਰ ਇੱਥੇ ਤ੍ਰਿਵਰਗ, ਜਿਹਦੇ ਕੋਲ ਜਗਤ ਦੇ 3 ਜਿਹੜੇ ਪਦਾਰਥ ਨੇ। ਚੌਥਾ ਪਦਾਰਥ ਵੀ ਉਸੇ ਕੋਲ ਹੈ, ਪਰ ਜਗਤ ਦੇ 3 ਪਦਾਰਥਾਂ ਦਾ ਜਦੋਂ ਜ਼ਿਕਰ ਕੀਤਾ ਤੇ ਗੁਰੂ ਕਲਗੀਧਰ ਸਾਹਿਬ ਕਹਿੰਦੇ, ਰੱਬ ਜੀ ਤਿੰਨੇ ਦੇ 3 ਪਦਾਰਥ ਤੁਹਾਡੇ ਕੋਲ ਮੌਜੂਦ ਨੇ। ਭਾਵ ਧਰਮ, ਅਰਥ ਤੇ ਕਾਮ, ਇਹ ਸਾਰੀਆਂ ਚੀਜ਼ਾਂ ਤੁਹਾਡੇ ਪਾਸ ਮੌਜੂਦ ਨੇ। ਅਸਰਗ ਹੈ ਰੱਬ ਜੀ, ਤੁਸੀਂ ਜਿਹੜਾ ਹੈ ਨਾ ਉਹ
ਪੈਦਾਇਸ਼ ਤੋਂ ਰਹਿਤ ਹੋ, ਭਾਵ ਤੁਹਾਨੂੰ ਪੈਦਾ ਨਹੀਂ ਕੀਤਾ ਜਾ ਸਕਦਾ। ਤੁਸੀਂ ਪੈਦਾਇਸ਼ ਤੋਂ ਰਹਿਤ ਹੋ, ਤੁਹਾਨੂੰ ਬਣਾਇਆ ਨਹੀਂ ਜਾ ਸਕਦਾ, ਤੁਹਾਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ, ਤੁਹਾਨੂੰ ਉਪਜਾਇਆ ਨਹੀਂ ਜਾ ਸਕਦਾ, ਤੁਹਾਨੂੰ ਕਿਸੇ ਪ੍ਰਕਾਰ ਅਸੀਂ ਬਣਤਰ ਦੇ ਵਿੱਚ ਬਣਾ ਨਹੀਂ ਸਕਦੇ, ਤੁਹਾਡੀ ਘਾੜਤ ਨਹੀਂ ਘੜ ਸਕਦੇ। ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਪ੍ਰਭੂ ਪਰਮਾਤਮਾ ਨੂੰ ਜੇ ਅਸੀਂ, ਕਿਉਂਕਿ ਸਾਡੀ ਹਾਲਾਤ ਵੇਖੋ ਨਾ, ਅਸੀਂ ਕੁਝ ਸਮੇਂ ਬਾਅਦ ਕਹਿੰਦੇ ਆ ਜੀ ਅਸੀਂ ਰੱਬ ਸਥਾਪਿਤ ਕਰਨ ਲੱਗੇ ਆ। ਪਹਿਲੋਂ ਸਥਾਪਿਤ ਕਰੀਦਾ, ਫਿਰ ਉਹਦਾ ਵਿਸਰਜਨ ਕਰਨ ਤੁਰੇ ਜਾਈਦਾ। ਔਰ ਸਥਾਪਨਾ ਕੀ ਕੀਤੀ ਤੇ ਵਿਸਰਜਿਤ ਕੀ ਕੀਤਾ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਰੱਬ ਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ। ਰੱਬ ਦੀ ਜਿਹੜਾ ਸਥਾਪਿਤ ਨਹੀਂ ਉਹਦਾ ਵਿਸਰਜਨ ਕੀ ਹੋਏਗਾ? ਸੁਭਾਵਿਕ ਜਿਹੀ ਗੱਲ ਹੈ। ਤੇ ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਅਸਰਗ ਹੈ, ਉਹਦੀ ਪੈਦਾਇਸ਼ ਹੀ ਨਹੀਂ ਹੋ ਸਕਦੀ। ਜਿਹਦੀ ਪੈਦਾਇਸ਼ ਨਹੀਂ ਹੈ ਉਹਨੂੰ ਅਸੀਂ ਕਿਵੇਂ ਕਵਾਂਗੇ ਜੀ ਆਹ ਰੱਬ ਪੈਦਾ ਹੋਇਆ? ਅੱਜ ਕਹਿ ਦਾਂਗੇ ਅਸੀਂ ਉਹ ਪੈਦਾਇਸ਼ ਵਿੱਚ ਆਉਂਦਾ ਹੀ ਨਹੀਂ। ਜਾਂ ਅਸੀਂ ਅੱਜ ਰੱਬ ਬਣਾਉਣ ਲੱਗੇ ਹਾਂ ਜੀ, ਉਹ ਤੇ ਬਣਤਰ ਤੇ ਹੈ ਹੀ ਨਹੀਂ, ਕਿਵੇਂ ਬਣਾ ਲਾਂਗੇ ਅਸੀਂ? ਇਸੇ ਕਰਕੇ ਤੇ ਬਾਣੀ ਦੇ ਅੰਦਰ ਜ਼ਿਕਰ ਕਰਦੇ ਆ, ਜਦੋਂ ਭਗਤ ਸਾਹਿਬ ਬੋਲੇ ਤੇ ਉਹਨਾਂ ਜ਼ਿਕਰ ਕਰਦੇ ਆਖਿਆ ਸੀ, ਕਹਿੰਦੇ ਭਾਈ ਤੁਸੀਂ ਕਹਿੰਦੇ ਹੋ ਇੱਕ ਪੱਥਰ ਨੂੰ ਘੜ ਕੇ ਅਸੀਂ ਰੱਬ ਬਣਾ ਲਿਆ। ਤੇ ਉਹਨਾਂ ਸਵਾਲ ਕਰਦੇ, ਇੱਕ ਸਵਾਲ ਰੱਖਦਾ, ਜੇ ਇਹ ਮੂਰਤ ਸਾਚੀ ਹੈ ਤਾਂ ਗੜਨਹਾਰੇ ਖਾਓ, ਫਿਰ ਘੜਨ ਵਾਲੇ ਤੋਂ ਖਾ ਕਿਉਂ ਨਹੀਂ ਜਾਂਦੀ? ਇੱਕ ਮੈਂ ਸਿਰਫ ਸੰਸਾਰਕ ਨਿੱਕੀ ਜੀ ਉਦਾਹਰਣ, ਆਪਾਂ ਸਾਰੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਮਾਨ ਪ੍ਰਤਿਸ਼ਠਾ ਚਾਹੁੰਦੇ ਹਾਂ। ਕੋਈ ਸਾਡੇ ਮੂੰਹ ਤੇ ਆ ਕੇ ਬਹਿ ਜਾਏ ਜਾਂ ਸਾਡੇ ਮੂੰਹ ਤੇ ਆ ਕੇ ਆਪਣੇ ਪੈਰ ਰੱਖ ਕੇ ਬਹਿ ਜਾਏ, ਉਹਨੂੰ ਕੀ ਕਵਾਂਗੇ? ਸਾਡੇ ਮੁੱਖ ਉੱਤੇ ਆ ਕੇ ਕੋਈ ਬੈਠੇ ਜਾਂ ਮੁੱਖ ਉੱਤੇ ਆ ਕੇ ਕੋਈ ਚਰਨ ਸਾਡੇ ਉੱਤੇ, ਮੁੱਖ ਦੇ ਉੱਤੇ ਆਪਣੇ ਪੈਰ ਰੱਖ ਲਏ, ਤੇ ਅਸੀਂ ਉਹਨੂੰ ਕੀ ਕਵਾਂਗੇ? ਬੜਾ ਭਲਾ ਕੀਤਾ, ਤੂੰ ਮੇਰੇ ਮੂੰਹ ਤੇ ਪੈਰ ਰੱਖ ਕੇ ਬੈਠਾ। ਆਪਾਂ ਇਹਨੂੰ ਇਹੀ ਕਵਾਂਗੇ ਨਾ ਵੀ ਹੁਣ ਤੂੰ ਆਪਣਾ ਬਚਾਅ ਕਰ, ਤੇਰੀ ਹਿੰਮਤ ਕਿੱਦਾਂ ਹੋਈ ਮੇਰੇ ਮੁੱਖ ਉੱਤੇ ਆ ਕੇ ਤੇ ਆਪਣੇ ਪੈਰ ਰੱਖਣ ਦਾ, ਤੂੰ ਹਿੰਮਤ ਕਿੱਦਾਂ ਕਰ ਲਈ? ਤੇ ਜਿਹੜਾ ਮੂਰਤੀ ਘੜਨ ਵਾਲਾ ਉਹ ਤੇ ਪੈਰ ਵੀ ਰੱਖੀ ਫਿਰਦਾ, ਉਹ ਤੇ ਮੂਰਤੀ ਉੱਤੇ ਬਹਿ ਕੇ ਉਹਨੂੰ ਘੜਦਾ ਫਿਰਦਾ। ਤੇ ਭਗਤ ਸਾਹਿਬ ਕਹਿੰਦੇ ਤੁਸੀਂ ਦੱਸੋ ਜੇ ਉਹ ਸੱਚੀ ਤੇ ਫਿਰ ਖਾ ਕਿਉਂ ਨਹੀਂ ਜਾਂਦੀ? ਕੌਣ ਜਿਹੜਾ ਉਹ ਇਸ ਗੱਲ ਨੂੰ ਮਨਜ਼ੂਰ ਕਰੇਗਾ ਕਿ ਮੇਰੇ ਉੱਤੇ ਬਹਿ ਕੇ ਤੁਸੀਂ ਮੇਰੀ ਘਾੜਤ ਕੱਢੋ? ਅਸੀਂ ਆਪਣਾ ਹੀ ਜੇ ਜ਼ਿਕਰ ਕਰਾਂਗੇ, ਆਪਣੇ ਸਰੀਰ ਉੱਤੇ ਅਸੀਂ ਵਸਤਰ ਧਾਰਨ ਕਰਦੇ ਹਾਂ। ਕਿ ਅਸੀਂ ਟੇਲਰ ਕੋਲ ਬਹਿ ਕੇ ਕਦੇ ਕਿਹਾ ਵੀ ਲੈ ਮੈਂ ਇੱਥੇ ਬਹਿਣਾ ਤੇ ਤੂੰ ਕੱਪੜਾ ਮੇਰੇ ਤੇ ਪਾ ਦੇ, ਕਰਦੇ ਸਿਲਾਈ? ਕਦੇ ਵੀ ਨਹੀਂ। ਉਹਨੂੰ ਨਾਪ ਦੇ ਕੇ ਆ ਜੀਦਾ ਵੀ ਸਾਈਜ਼ ਲੈ ਲਾ, ਤਿਆਰ ਕਰ ਦੇ, ਤੇ ਉਹਦੇ ਕੋਲ ਬਹਿ ਕੇ ਅਸੀਂ ਕਦੇ ਉਹਨੂੰ ਇਹ ਨਹੀਂ ਕਿਹਾ ਮੇਰੇ ਤੇ ਕੱਪੜਾ ਪਾ ਦੇ, ਤਿਆਰ ਕਰ ਦੇ, ਨਹੀਂ। ਤੇ ਫਿਰ ਅਸੀਂ ਅਕਾਲ ਪੁਰਖ ਪਰਮੇਸ਼ਵਰ ਬਣਾਉਣ ਲੱਗੇ ਹਾਂ ਕਿਵੇਂ ਇਸ ਤਰੀਕੇ ਨਾਲ ਤੁਰੇ ਫਿਰਦੇ ਹਾਂ? ਤੇ ਅਸੀਂ ਇਹ ਕਿੱਦਾਂ ਕਹਿ ਦੀਦਾ ਵੀ ਮੈਂ ਰੱਬ ਬਣਾਉਣ ਲੱਗਾ ਜਾਂ ਮੈਂ ਰੱਬ ਬਣਾਤਾ? ਸਾਹਿਬ ਗੁਰੂ ਕਲਗੀਧਰ ਸਾਹਿਬ ਕਹਿੰਦੇ ਉਹ ਅਸਰਗ ਹੈ, ਉਹਨੂੰ ਕਦੇ ਵੀ ਪੈਦਾ ਕੀਤਾ ਨਹੀਂ ਜਾ ਸਕਦਾ। ਅਨੀਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ। ਫਿਰ ਕਹਿੰਦੇ ਅਨੀਲ, ਉਹ ਸ਼ੁੱਧ ਸਰੂਪ ਹੈ, ਉਹਦੇ ਚ ਅਸ਼ੁੱਧੀ ਕੋਈ ਨਹੀਂ, ਮਤਲਬ ਉਹਦੇ ਤੇ ਦਾਗ ਨਹੀਂ ਹੈ, ਕੋਈ ਕਲੰਕਤ ਨਹੀਂ ਹੈ ਉਹ। ਤੇ ਜਿਹਦੇ ਮੱਥੇ ਤੇ ਕਲੰਕ ਲੱਗ ਜਾਏ ਉਹ ਰੱਬ ਕਿਵੇਂ ਹੋ ਸਕਦਾ? ਤੇ ਅੱਜ ਦੇ ਰੱਬ ਜਿਨ੍ਹਾਂ ਨੂੰ ਦੁਨੀਆ ਨੇ ਰੱਬ ਬਣਾ ਕੇ ਪੂਜਿਆ, ਕੋਈ ਦੱਸ ਦੋ ਜਿਹਦੇ ਮੱਥੇ ਤੇ ਕਲੰਕ ਨਾ ਲੱਗਾ ਹੋਵੇ। ਇੱਕ ਰੱਬ ਉਹ ਹੈ ਜਿਹਦੀ ਪਰਿਭਾਸ਼ਾ ਧੰਨ ਗੁਰੂ ਕਲਗੀਧਰ ਸਾਹਿਬ ਦੇ ਰਹੇ, ਕਹਿੰਦੇ ਅਨੀਲ ਹੈ ਭਾਈ, ਉਹਦੇ ਉੱਤੇ ਕੋਈ ਕਲੰਕ ਨਹੀਂ ਹੈ। ਤੇ ਇੱਕ ਰੱਬ ਉਹ ਹੈ ਜਿਹਦੀ ਪਰਿਭਾਸ਼ਾ ਦੁਨੀਆ ਦੇ ਰਹੀ ਹੈ, ਜਿਹਨੂੰ ਦੁਨੀਆ ਕਹਿੰਦੀ ਜੀ ਆਹ ਰੱਬ ਹੈ, ਉਹਦੇ ਮੱਥੇ ਤੇ ਕਲੰਕ ਗਿਣ ਕੇ ਵੇਖੋ, ਗਿਣੇ ਨਹੀਂ ਜਾਂਦੇ। ਇੱਕ ਕਲੰਕ ਤੋਂ ਰਹਿਤ ਹੈ, ਉਹਦੇ ਉੱਤੇ ਹੈ ਹੀ ਕੋਈ ਦਾਗ ਨਹੀਂ। ਤੇ ਇੱਕ ਉਹ ਹੈ ਜਿਹਦੇ ਮੱਥੇ ਤੋਂ ਸਾਫ਼ ਥਾਂ ਲੱਭਣਾ ਪਏਗਾ ਵੀ ਕਿਹੜੀ ਜਗ੍ਹਾ ਭਾਈ ਜਿਹਦੇ ਥਾਂ ਜਿਸ ਜਗ੍ਹਾ ਤੇ ਕਲੰਕ ਨਾ ਲੱਗਾ ਹੋਵੇ, ਸਾਰਾ ਮੱਥਾ ਹੀ ਕਲੰਕਾਂ ਨਾਲ ਭਰਿਆ ਪਿਆ। ਅਨੀਲ ਹੈ। ਫਿਰ ਕਹਿੰਦੇ ਅਨਾਦ ਹੈ। ਹੁਣ ਉਹ ਅਨਾਦ ਹੈ, ਉਹਦੀ ਸ਼ੁਰੂਆਤ ਕੋਈ ਨਹੀਂ ਹੈ। ਤੇ ਦੁਨੀਆ ਜਿਹਨੂੰ ਰੱਬ ਬਣਾ ਕੇ ਪੂਜਣ ਵਾਲੀ, ਉਹ ਕਿਸੇ ਸੰਨ 'ਚ ਜਨਮ ਲੈ ਰਿਹਾ, ਕੋਈ ਕਿਸੇ ਸੰਨ 'ਚ ਜਨਮ ਲੈ ਰਿਹਾ, ਕੋਈ ਕਦੋਂ ਪੈਦਾ ਹੋ ਰਿਹਾ, ਕੋਈ ਕਦੋਂ ਪੈਦਾ ਹੋ ਰਿਹਾ, ਕੋਈ ਤੁਰਿਆ ਜਾਂਦਾ, ਜ਼ਿੰਦਗੀ ਲੰਘਾਉਂਦਾ ਸਾਰੀ ਲੰਘ ਗਈ, ਅਖੀਰ ਸਮਾਂ ਆ ਗਿਆ, ਫਿਰ ਰੱਬ ਬਣ ਕੇ ਬਹਿ ਗਿਆ। ਉਹਦੀ ਤੇ ਸ਼ੁਰੂਆਤ ਹੈ ਕੋਈ ਨਾ ਕੋਈ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਜਿਸ ਰੱਬ ਦੀ ਮੈਂ ਗੱਲ ਕਰ ਰਿਹਾ ਉਹ ਰੱਬ ਦੀ ਸ਼ੁਰੂਆਤ ਕੋਈ ਨਹੀਂ ਹੈ, ਕਿਉਂਕਿ ਉਹਦੀ ਸ਼ੁਰੂਆਤ
ਜਦੋਂ ਗਿਣਨ ਤੇ ਆਵਾਂਗੇ ਤੇ ਸੰਸਾਰ ਦੀ ਸ਼ੁਰੂਆਤ ਦਾ ਜ਼ਿਕਰ ਕਰਨਾ ਪਏਗਾ। ਅੱਜ ਤੱਕ ਸੰਸਾਰ ਦੀ ਸ਼ੁਰੂਆਤ ਕਿਸੇ ਨੂੰ ਨਹੀਂ ਲੱਭੀ ਤੇ ਰੱਬ ਦੀ ਸ਼ੁਰੂਆਤ ਕਿੱਥੋਂ ਲੱਭ ਲਾਂਗੇ? ਕਿਉਂਕਿ ਜਿੱਦਣ ਸੰਸਾਰ ਬਣਿਆ, ਰੱਬ ਦੀ ਹੋਂਦ ਸੰਸਾਰ ਬਣਨ ਤੋਂ ਪਹਿਲਾਂ ਦੀ ਹੈ। ਤੇ ਜੇ ਰੱਬ ਦੀ ਹੋਂਦ ਸੰਸਾਰ ਬਣਨ ਤੋਂ ਪਹਿਲਾਂ ਦੀ ਹੈ, ਸੁਭਾਵਿਕ ਜਿਹੀ ਗੱਲ ਹੈ, ਅੱਜ ਤੱਕ ਕਿਸੇ ਨੂੰ ਨਹੀਂ ਲੱਭਾ ਸੰਸਾਰ ਦੀ ਹੋਂਦ ਕਦੋਂ ਹੋਈ ਹੈ। ਜੇ ਸਾਨੂੰ ਸੰਸਾਰ ਦੀ ਹੋਂਦ ਬਾਰੇ ਪਤਾ ਨਹੀਂ ਲੱਗਾ ਤੇ ਰੱਬ ਦੀ ਹੋਂਦ ਬਾਰੇ ਅਸੀਂ ਕੀ ਦੱਸਾਂਗੇ? ਆਪਾਂ ਜਪਜੀ ਚ ਪੜ੍ਹ ਕੇ ਆਏ ਨਾ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਉਹਨੇ ਸ੍ਰਿਸ਼ਟੀ ਕਦੋਂ ਸਾਜੀ ਹੈ ਉਹ ਆਪ ਜਾਣਦਾ ਹੈ। ਤੇ ਜੇ ਸ੍ਰਿਸ਼ਟੀ ਉਹ ਆਪ ਜਾਣਦਾ ਕਦੋਂ ਸਿਰਜੀ ਹੈ, ਤੇ ਫਿਰ ਤੁਸੀਂ ਆਪ ਇਸ ਗੱਲ ਦਾ ਤਕਾਜ਼ਾ ਲਾਓ ਵੀ ਰੱਬ ਬਾਰੇ ਅਸੀਂ ਕੀ ਦੱਸਾਂਗੇ, ਉਹਦਾ ਮੁੱਢ ਕੀ ਹੈ। ਸਾਨੂੰ ਤੇ ਉਹਦੀ ਸ੍ਰਿਸ਼ਟੀ ਦਾ ਮੁੱਢ ਨਹੀਂ ਪਤਾ ਵੀ ਕਿੱਥੋਂ ਬਣੀ। ਅਜੇ ਹੈ, ਉਹ ਅਜਿੱਤ ਹੈ, ਉਹਨੂੰ ਜਿੱਤਿਆ ਨਹੀਂ ਜਾ ਸਕਦਾ। ਆਜ਼ਾਦ ਹੈ, ਉਹ ਜਨਮ ਤੋਂ ਰਹਿਤ ਹੈ। ਉਹ ਕਿਸੇ ਪ੍ਰਕਾਰ ਵੀ ਜਿਹੜਾ ਹੈ ਉਹ ਕੈਦ ਵਿੱਚ ਨਹੀਂ ਆਉਂਦਾ, ਬੰਧਨ ਵਿੱਚ ਨਹੀਂ ਆਉਂਦਾ, ਅਧੀਨਗੀ ਨਹੀਂ ਕਬੂਲਦਾ। ਉਹ ਹਮੇਸ਼ਾ ਆਜ਼ਾਦ ਹਸਤੀ ਦਾ ਪ੍ਰਤੀਕ ਹੈ। ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਪਰਨ ਹੈ। ਫਿਰ ਕਹਿੰਦੇ ਅਜਨਮ, ਜਿਹਨੂੰ ਜਨਮ ਨਹੀਂ ਦਿੱਤਾ ਜਾ ਸਕਦਾ, ਜਨਮ ਤੋਂ ਰਹਿਤ। ਅਵਰਨ, ਜਿਹਦਾ ਕੋਈ ਖਾਸ ਵਰਨ ਨਹੀਂ ਹੈ। ਵਰਨ ਤੋਂ ਭਾਵ ਰੰਗ, ਰੂਪ, ਕੁਝ ਵੀ ਖਾਸ ਨਹੀਂ। ਅਭੂਤ ਹੈ, ਉਹ ਪੰਜ ਤੱਤਾਂ ਨਾਲ ਨਹੀਂ ਬਣਿਆ, ਪੰਜਾਂ ਤੱਤਾਂ ਤੋਂ ਉਹ ਰਹਿਤ ਹੈ। ਰੱਬ ਹਵਾ, ਪਾਣੀ, ਅੱਗ, ਧਰਤੀ, ਆਕਾਸ਼, ਇਹਨਾਂ ਨਾਲ ਨਹੀਂ ਬਣਿਆ। ਇਹਨਾਂ ਨਾਲ ਬੰਦਾ ਬਣਦਾ, ਇਹਨਾਂ ਨਾਲ ਜਾਨਵਰ ਬਣਦੇ, ਇਹਨਾਂ ਨਾਲ ਪੰਛੀ ਬਣਦੇ। ਰੱਬ ਇਹਨਾਂ ਚੀਜ਼ਾਂ ਤੋਂ ਰਹਿਤ ਹੈ ਕਿਉਂਕਿ ਅਭੂਤ ਹੈ ਉਹ। ਫਿਰ ਕਹਿੰਦੇ ਅਭਰਨ ਹੈ, ਰੱਬ ਸਾਰਿਆਂ ਨੂੰ ਭਰਨ ਵਾਲਾ ਹੈ ਪਰ ਉਹਨੂੰ ਭਰਨ ਵਾਲਾ ਕੋਈ ਨਹੀਂ ਹੈ। ਰੱਬ ਸਾਰਿਆਂ ਨੂੰ ਭਰਨ ਵਾਲੇ ਤੋਂ ਭਾਵ ਵੀ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਹੈ ਉਹ ਸਾਰਿਆਂ ਦੀ ਪਾਲਣਾ ਕਰਦਾ ਹੈ। ਸਾਰਾ ਸੰਸਾਰ ਕੀ ਹੈ? ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰੇ ਦਾ ਸਾਰਾ ਜਗਤ ਕੀ ਹੈ? ਰੱਬ ਦਾ ਮੁਹਤਾਜ ਹੈ। ਤੇ ਰੱਬ ਨੂੰ ਕਿਹਦੀ ਮੁਹਤਾਜਗੀ ਹੈ? ਜਦੋਂ ਆਪਾਂ ਬਾਣੀ ਨੂੰ ਪੜ੍ਹਿਆ, ਬਾਣੀ ਦੇ ਅੰਦਰ ਜ਼ਿਕਰ ਕਰਦੇ ਆ, ਸਤਿਗੁਰੂ ਜੀ ਇੱਥੋਂ ਤੱਕ ਆਖਦੇ, ਇੱਕ ਦਾਤਾ ਸਭ ਜਗਤ ਭਿਖਾਰੀ ਆ। ਸਾਰੇ ਦਾ ਸਾਰਾ ਜਗਤ ਭਿਖਾਰੀ ਹੈ, ਦਾਤਾ ਇੱਕੋ ਹੀ ਹੈ। ਬਾਣੀ 'ਚ ਇੱਕ ਵੀ ਕਿਤੇ ਪੰਕਤੀ ਜਾਂ ਪੱਖ ਐਸਾ ਮਿਲ ਜਾਏ ਜਿੱਥੇ ਸਾਹਿਬ ਨੇ ਇਹ ਕਿਹਾ ਹੋਵੇ ਵੀ ਜਗਤ ਦਾਤਾ ਬਣਿਆ ਤੇ ਮੰਗਣ ਵਾਲਾ ਇੱਕ ਬਣ ਕੇ ਜਗਤ ਕੋਲੋਂ ਮੰਗ ਰਿਹਾ। ਨਹੀਂ, ਉਹਨਾਂ ਨੇ ਇਹ ਆਖਿਆ ਕਿ ਦੇਣ ਵਾਲਾ ਇੱਕ ਹੈ, ਜਗਤ ਸਾਰਾ ਮੰਗਣ ਵਾਲਾ ਹੈ। ਸਾਰੇ ਦਾ ਸਾਰਾ ਸੰਸਾਰ ਮੰਗ ਰਿਹਾ ਪਰ ਉਹ ਦਾਤਾ ਸਾਰਿਆਂ ਦੀਆਂ ਝੋਲੀਆਂ ਭਰ ਰਿਹਾ। ਉਸ ਦਾਤੇ ਨੂੰ ਕਦੇ ਮੰਗਣ ਦੀ ਲੋੜ ਨਹੀਂ ਪਈ। ਦਾਤਾ ਕਦੇ ਕਿਸੇ ਦਾ ਮੁਹਤਾਜ ਨਹੀਂ। ਆਪਾਂ ਪੜ੍ਹਦੇ ਆ ਨਾ ਘਟਨਾਵਾਂ ਵੀ ਜਦੋਂ ਜਾ ਕਰਕੇ ਕੋਈ ਫਕੀਰ ਜਾਂ ਕੋਈ ਬਾਦਸ਼ਾਹ ਜਿਹੜਾ ਹੈ ਉਹ ਫਕੀਰ ਕੋਲ ਜਾਵੇ ਜਾਂ ਕੋਈ ਫਕੀਰ ਬਾਦਸ਼ਾਹ ਕੋਲ ਜਾਵੇ ਤੇ ਉਹ ਜਾ ਕੇ ਵੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਇੱਕ ਬਾਦਸ਼ਾਹ ਵੀ ਜਦੋਂ ਮੰਗਦਾ ਤੇ ਉਹ ਰੱਬ ਅੱਗੇ ਹੱਥ ਅੱਡ ਕੇ ਮੰਗਦਾ ਤੇ ਫਕੀਰ ਵੇਖ ਕੇ ਕਹਿ ਦਿੰਦਾ ਮੈਂ ਤੇ ਭਿਖਾਰੀ ਕੋਲੋਂ ਹੀ ਮੰਗਣ ਆ ਗਿਆ। ਜੇ ਇਹ ਉਹਦੇ ਕੋਲੋਂ ਮੰਗ ਰਿਹਾ ਤੇ ਫਿਰ ਜਿਸ ਦਿਨ ਮੈਂ ਮੰਗਣਾ ਮੈਂ ਵੀ ਉਸੇ ਦਾਤੇ ਕੋਲੋਂ ਮੰਗਾਂਗਾ। ਤੇ ਉਹ ਰੱਬ ਕਿਸੇ ਦਾ ਮੁਹਤਾਜ ਨਹੀਂ ਹੈ। ਰੱਬ ਨੂੰ ਮੁਹਤਾਜਗੀ ਕਿਹਦੀ ਹੈ? ਕਿਸੇ ਦੀ ਵੀ ਨਹੀਂ। ਸਤਿਗੁਰੂ ਕਲਗੀਧਰ ਸਾਹਿਬ ਕਹਿੰਦੇ ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ। ਰੱਬ ਜੀ ਤੁਸੀਂ ਜਨਮ ਤੋਂ ਰਹਿਤ ਹੋ, ਤੁਸੀਂ ਰੰਗਾਂ ਤੋਂ ਰਹਿਤ ਹੋ, ਤੁਸੀਂ ਪੰਜਾਂ ਤੱਤਾਂ ਤੋਂ ਰਹਿਤ ਹੋ ਤੇ ਅਕਾਲ ਪੁਰਖ ਪਰਮੇਸ਼ਵਰ ਜੀ ਤੁਹਾਨੂੰ ਕਿਸੇ ਦੀ ਮੁਹਤਾਜਗੀ ਵੀ ਨਹੀਂ ਹੈ। ਤੁਸੀਂ ਮੁਹਤਾਜਗੀ ਤੋਂ ਰਹਿਤ ਹੋ, ਸਭਨਾਂ ਦੇ ਦਾਤੇ ਹੋ, ਸਾਰੇ ਜੀਵਾਂ ਦੀ ਪਰਵਰਿਸ਼ ਤੁਸੀਂ ਕਰਦੇ ਹੋ। ਅਗੰਜ ਹੈ, ਅਪੰਜ ਹੈ, ਅਚੂਜ ਹੈ, ਅਚੰਜ ਹੈ। ਫਿਰ ਜ਼ਿਕਰ ਕੀਤਾ ਅਗੰਜ। ਅਗੰਜ ਜਿਹਨੂੰ ਗੰਜਿਆ ਨਾ ਜਾ ਸਕੇ, ਮਤਲਬ ਜਿਹਨੂੰ ਭੰਨਿਆ ਨਾ ਜਾ ਸਕੇ, ਜਿਹਨੂੰ ਜਿੱਤਿਆ ਨਾ ਜਾ ਸਕੇ। ਅਗੰਜ ਤੇ ਅਪੰਜ ਦੋਵੇਂ ਇੱਕੋ। ਅਪੰਜ ਭੰਨਿਆ ਨਾ ਜਾਵੇ, ਜਿਹਨੂੰ ਭੰਨਿਆ ਨਹੀਂ ਜਾ ਸਕਦਾ ਉਹ ਅਕਾਲ ਪੁਰਖ ਪਰਮੇਸ਼ਵਰ। ਅਗੰਜ ਜਿਹਨੂੰ ਜਿੱਤਿਆ ਨਹੀਂ ਜਾ ਸਕਦਾ ਉਹ ਪ੍ਰਭੂ। ਅਜੂਝ ਜਿਹੜਾ ਨਾਲ ਜੂਝਿਆ ਨਾ ਜਾ ਸਕੇ। ਹੁਣ ਰੱਬ ਨਾਲ ਕੌਣ ਜੂਝੇਗਾ? ਰੱਬ ਨਾਲ ਕੌਣ ਮੱਥਾ ਲਾਏਗਾ? ਤੇ ਅਝੰਜ ਹੈ। ਅਝੰਜ ਤੋਂ ਭਾਵ ਜਿਹੜਾ ਝਗੜਿਆਂ ਤੋਂ ਰਹਿਤ ਹੈ, ਜਿਹੜਾ ਝਮੇਲਿਆਂ ਵਿੱਚ ਨਹੀਂ ਆਉਂਦਾ। ਰੱਬ ਕਿਸੇ ਝਮੇਲੇ 'ਚ ਨਹੀਂ ਹੈ। ਰੱਬ ਕਿਸੇ ਨਾਲ ਯੁੱਧ ਨਹੀਂ ਕਰਦਾ। ਰੱਬ ਨਾਲ ਯੁੱਧ ਕਰਨ ਵਾਲਾ ਹੀ ਕੋਈ ਨਹੀਂ ਹੈ।
ਹੁਣ ਜੇ ਕੋਈ ਰੱਬ ਨਾਲ ਯੁੱਧ ਕਰਨ ਵਾਲਾ ਖੜਾ ਹੋ ਕੇ ਰੱਬ ਨੂੰ ਕਹੇ ਵੀ ਮੈਂ ਤੇਰੇ ਨਾਲ ਲੜਨ ਆਇਆ, ਮੈਂ ਤੇਰੇ ਨਾਲ ਜੂਝਣ ਵਾਸਤੇ ਆਇਆ, ਕੀ ਜੂਝ ਲਏਗਾ ਉਹ ਰੱਬ ਨਾਲ? ਜੂਝਣ ਦੀ ਤਾਕਤ ਕੌਣ ਦੇ ਰਿਹਾ? ਜੇ ਕੋਈ ਇੱਕ ਸ਼ਖਸ ਜਾਂ 4 ਬੰਦੇ ਇਕੱਠੇ ਹੋ ਕੇ ਰੱਬ ਨਾਲ ਜੂਝਣ ਵਾਸਤੇ ਤੁਰੇ ਜਾਣ ਤੇ ਉਹ ਕਹਿਣ ਵੀ ਰੱਬ ਜੀ ਅਸੀਂ ਤੇਰੇ ਨਾਲ ਜੂਝਣ ਆਏ ਆ, ਤੇਰੇ ਨਾਲ ਯੁੱਧ ਕਰਨ ਆਏ ਆ, ਉਹਨਾਂ ਨੂੰ ਯੁੱਧ ਕਰਨ ਦੀ ਤਾਕਤ ਕੌਣ ਦੇ ਰਿਹਾ? ਅਕਾਲ ਪੁਰਖ ਦੇ ਰਿਹਾ। ਤੇ ਜਿਹਨੇ ਯੁੱਧ ਕਰਨ ਦੀ ਤਾਕਤ ਦਿੱਤੀ ਹੈ, ਜੇ ਉਹ ਯੁੱਧ ਕਰਨ ਦੀ ਤਾਕਤ ਖੋਹ ਲਏਗਾ ਤੇ ਜੂਝਣਾ ਕਾਹਦੇ ਨਾਲ? ਅੱਜ ਉਸ ਅਕਾਲ ਪੁਰਖ ਨੇ ਆ ਕਾਇਆ ਵਿੱਚ ਬਲ ਦਿੱਤਾ ਹੈ, ਅਸੀਂ ਆਪਣੀਆਂ ਲੱਤਾਂ ਤੇ ਆਪਣੇ ਪੈਰਾਂ ਤੇ ਖੜੋਤੇ ਆ, ਤੇ ਜੇ ਉਹ ਰੱਬ ਪੈਰਾਂ ਤੇ ਖੜੋਣ ਜੋਗੀ ਤਾਕਤ ਹੀ ਖੋਹ ਲਏ ਤੇ ਉੱਠ ਕੇ ਵਿਖਾਈਏ ਹਾਂ ਅਸੀਂ ਕਿਸੇ ਨੂੰ ਵੀ ਅਸੀਂ ਪੈਰਾਂ ਤੇ ਖੜੋ ਸਕਦੇ। ਜੇ ਅੱਜ ਅਕਾਲ ਪੁਰਖ ਪਰਮੇਸ਼ਵਰ ਨੇ ਬੋਲਣ ਦੀ ਸਮਰੱਥਾ ਦਿੱਤੀ ਹੈ ਤੇ ਅਸੀਂ ਬੋਲ ਰਹੇ ਹਾਂ, ਤੇ ਜੇ ਪ੍ਰਭੂ ਪਰਮੇਸ਼ਵਰ ਬੋਲਣ ਦੀ ਸਮਰੱਥਾ ਖੋਹ ਲਏਗਾ ਤੇ ਦੁਨੀਆ ਸਾਰੀ ਜ਼ੋਰ ਲਾ ਲੇ, ਬੰਦਾ ਬੋਲ ਨਹੀਂ ਸਕਦਾ। ਕਿੱਥੋਂ ਬੋਲ ਲਏਗਾ? ਰੱਬ ਨਾਲ ਜੂਝਿਆ ਨਹੀਂ ਜਾ ਸਕਦਾ, ਰੱਬ ਝਮੇਲਿਆਂ 'ਚ ਨਹੀਂ ਆਉਂਦਾ। ਉਹ ਕਿਹੜੇ ਝਗੜੇ 'ਚ ਆ ਕੇ ਪੈਂਦਾ ਪਰਮੇਸ਼ਵਰ? ਮਨੁੱਖ ਨਾਲ ਹੀ ਝਗੜਾ ਪਾ ਕੇ ਬੈਠਾ। ਵੇਖਿਆ ਕਦੇ ਮਨੁੱਖ ਦਾ ਰੱਬ ਨਾਲ ਝਗੜਾ ਪਿਆ ਹੋਵੇ? ਰੱਬ ਦੇ ਨਾਮ ਤੇ ਬੰਦੇ ਝਗੜੇ ਪਾ ਕੇ ਬੈਠੇ, ਪਰ ਰੱਬ ਝਗੜਿਆਂ ਤੋਂ ਰਹਿਤ ਹੈ। ਧੰਨ ਗੁਰੂ ਕਲਗੀਧਰ ਸਾਹਿਬ ਜੀ ਪਰਿਭਾਸ਼ਾ ਦੇ ਰਹੇ ਨੇ। ਮਾਲਕ ਕਹਿੰਦੇ ਉਹ ਅਚੂਝ ਹੈ, ਉਹ ਅਚੰਝ ਹੈ, ਝਗੜਿਆਂ ਝਮੇਲਿਆਂ ਤੋਂ ਰਹਿਤ ਹੈ। ਜਿਹੜਾ ਪ੍ਰਭੂ ਝਗੜਿਆਂ ਝਮੇਲਿਆਂ ਤੋਂ ਰਹਿਤ ਹੈ, ਮਨੁੱਖ ਉਹਦੇ ਨਾਮ ਤੇ ਹੀ ਝਗੜੇ ਪਾ ਕੇ ਬੈਠੇ। ਜਿਸ ਪ੍ਰਭੂ ਦੀ ਆਰਾਧਨਾ ਕਰਨੀ ਹੈ ਨਾ, ਜਿਸ ਪ੍ਰਭੂ ਦੀ ਆਰਾਧਨਾ ਕਰਨ ਵਾਸਤੇ ਧਾਰਮਿਕ ਸਥਾਨ ਬਣਾਏ ਨੇ, ਮਨੁੱਖਾਂ ਦੀ ਸੋਚ ਵੇਖੋ ਸਹੀ ਕਿ ਕਿੰਨੀ ਤਰਸਯੋਗ ਹਾਲਤ ਬਣ ਗਈ। ਰੱਬ ਜਿਹੜਾ ਝਗੜਿਆਂ ਤੇ ਝਮੇਲਿਆਂ ਤੋਂ ਰਹਿਤ ਹੈ, ਉਹਦੇ ਨਾਮ ਤੇ ਧਰਮ ਸਥਾਨ ਬਣਾ ਕੇ ਉਹਨਾਂ ਧਰਮ ਸਥਾਨਾਂ ਤੇ ਝਗੜੇ ਕਰੀ ਜਾਂਦੇ ਨੇ। ਕਿੱਡੀ ਹੈਰਾਨੀ ਦੀ ਗੱਲ ਹੈ, ਕਿੱਡੇ ਝਮੇਲੇ ਪਾ ਕੇ ਬੈਠੇ ਨੇ। ਰੱਬ ਝਮੇਲਿਆਂ ਤੋਂ ਰਹਿਤ ਹੈ, ਰੱਬ ਅਝੂਝ ਹੈ। ਉਹ ਕਿਸੇ ਨਾਲ ਕਹਿ ਲਈਏ ਉਹ ਕੋਈ ਉਹਦੇ ਨਾਲ ਯੁੱਧ ਨਹੀਂ ਕਰ ਸਕਦਾ, ਕੋਈ ਉਹਦੇ ਨਾਲ ਜੂਝ ਨਹੀਂ ਸਕਦਾ, ਤੇ ਅਸੀਂ ਰੱਬ ਦੇ ਨਾਮ ਤੇ ਜੂਝੀ ਜਾਂਦੇ ਹਾਂ। ਇਹ ਸਾਬਤ ਕੀ ਕਰਾਂਗੇ? ਕਿਸ ਜਗ੍ਹਾ ਉੱਤੇ ਜਾ ਕੇ ਅਸੀਂ ਆਪਣੇ ਆਪ ਨੂੰ ਕਵਾਂਗੇ ਵੀ ਲੈ ਪਰਮੇਸ਼ਵਰ ਜੀ ਅਸੀਂ ਤੇਰੀ ਆਰਾਧਨਾ ਕਰਦੇ ਹਾਂ? ਤੇ ਜੇ ਉਹਦੀ ਆਰਾਧਨਾ ਕਰਦੇ ਹਾਂ ਤੇ ਉਹਦੇ ਗੁਣਾਂ ਨੂੰ ਵੀ ਤੇ ਵੇਖੀਏ ਨਾ, ਵੀ ਉਹ ਝਮੇਲਿਆਂ ਤੋਂ ਰਹਿਤ ਹੈ, ਉਹ ਕਿਸੇ ਨਾਲ ਝਗੜਾ ਤੇ ਲੜਾਈ ਨਹੀਂ ਕਰਦਾ। ਤੇ ਫਿਰ ਜੇ ਉਹ ਲੜਾਈ ਝਗੜਾ ਨਹੀਂ ਕਰਦਾ, ਉਹ ਕਿਸੇ ਝਮੇਲਿਆਂ ਵਿੱਚ ਨਹੀਂ ਆਉਂਦਾ, ਫਿਰ ਅਸੀਂ ਉਹਦੇ ਨਾਮ ਤੇ ਝਮੇਲੇ ਕਿਉਂ ਪਾ ਕੇ ਬੈਠੇ ਹਾਂ? ਉਹਦੇ ਨਾਮ ਤੇ ਝਗੜੇ ਕਿਉਂ ਪਾ ਕੇ ਬੈਠੇ ਹਾਂ? ਤੇ ਉਹਦੇ ਨਾਮ ਤੇ ਹੀ ਆਪਸ ਵਿੱਚ ਕਿਉਂ ਲੜੀ ਜਾਂਦੇ ਹਾਂ? ਇਸ ਬਾਤ ਨੂੰ ਵੀ ਧੰਨ ਗੁਰੂ ਕਲਗੀਧਰ ਸਾਹਿਬ ਨੇ ਸਮਝਾਉਂਦਿਆਂ ਕਿਹਾ, ਕਹਿੰਦੇ ਹੇ ਪਰਮੇਸ਼ਵਰ ਜੀ, ਤੈਨੂੰ ਕੋਈ ਜਿੱਤ ਨਹੀਂ ਸਕਦਾ। ਹੇ ਪਰਮੇਸ਼ਵਰ ਜੀ, ਤੁਹਾਨੂੰ ਕੋਈ ਤੋੜ ਨਹੀਂ ਸਕਦਾ। ਹੇ ਪ੍ਰਭੂ ਜੀ, ਤੁਸੀਂ ਜਿਹੜੇ ਹੋ ਉਹ ਕੋਈ ਤੁਹਾਡੇ ਨਾਲ ਲੜ ਨਹੀਂ ਸਕਦਾ, ਤੁਹਾਡੇ ਸਾਹਮਣੇ ਖੜੋ ਨਹੀਂ ਸਕਦਾ ਕੋਈ, ਤੇ ਤੁਸੀਂ ਸਾਰੇ ਦੇ ਸਾਰੇ ਝਗੜਿਆਂ ਔਰ ਝਮੇਲਿਆਂ ਤੋਂ ਰਹਿਤ ਹੋ। ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਦ ਹੈ। ਫਿਰ ਸਾਹਿਬ ਜੀ ਆਖਦੇ ਅਮੀਕ, ਅਥਾਹ, ਡੂੰਘਾਈ, ਜਿਹਦੀ ਮਾਪੀ ਨਾ ਜਾ ਸਕੇ, ਜਿਹਦਾ ਥਾਹ ਨਾ ਪਾਇਆ ਜਾ ਸਕੇ, ਉਹਨੂੰ ਕਿਹਾ ਜਾਂਦਾ ਅਮੀਕ। ਜਿਹਦੇ ਬਾਰੇ ਗਿਣਿਆ ਮਿਣਿਆ ਨਾ ਜਾਵੇ, ਕੋਈ ਅੰਦਾਜ਼ਾ ਨਾ ਲੱਗੇ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਰੱਬ ਜੀ ਤੁਸੀਂ ਅਮੀਕ ਹੋ, ਮਤਲਬ ਤੁਹਾਡੇ ਬਾਰੇ ਕੋਈ ਅੰਦਾਜ਼ਾ ਨਹੀਂ। ਜਿੰਨੇ ਅੰਦਾਜ਼ੇ ਸਭ ਝੂਠੇ, ਜਿੰਨੇ ਅੰਦਾਜ਼ੇ ਸਭ ਫਰੇਬ ਹੈ, ਜਿੰਨੇ ਅੰਦਾਜ਼ੇ ਸਭ ਛਲ ਹੈ। ਰੱਬ ਜੀ ਤੁਹਾਡੇ ਬਾਰੇ ਕੋਈ ਅੰਦਾਜ਼ਾ ਨਹੀਂ। ਰਫੀਕ, ਰਫੀਕ ਕਿਹਾ ਜਾਂਦਾ ਸਾਥੀ, ਮਿੱਤਰ। ਹੇ ਪ੍ਰਭੂ ਜੀ ਤੁਸੀਂ ਸਾਰਿਆਂ ਦੇ ਰਫੀਕ ਹੋ, ਕੋਈ ਬੰਦਾ ਐਸਾ ਨਹੀਂ ਜਿਹਦੇ ਨਾਲ ਤੂੰ ਨਾ ਹੋਵੇ। ਉਹ ਵੱਖਰੀ ਗੱਲ ਹੈ ਕਿ ਕੋਈ ਸਮਝੇ ਨਾ, ਪਰ ਰੱਬ ਸਾਰਿਆਂ ਨਾਲ ਮੌਜੂਦ ਹੈ। ਉਹ ਸਾਰਿਆਂ ਦਾ ਮਿੱਤਰ ਹੈ, ਉਹ ਤੇ ਦੁਸ਼ਮਣ ਹੈ ਹੀ ਨਹੀਂ ਕਿਸੇ ਦਾ, ਉਹ ਤੇ ਵੈਰੀ ਨਹੀਂ ਹੈ ਕਿਸੇ ਦਾ, ਉਹ ਸਭਨਾਂ ਦਾ ਮਿੱਤਰ ਹੈ। ਉਹ ਵੱਖਰੀ ਗੱਲ ਹੈ ਕਿ ਮਨੁੱਖ ਭੈੜੇ ਕੰਮ ਕਰਦਾ ਹੋਇਆ ਜਾਂ ਔਗਣ ਕਮਾਉਂਦਾ ਹੋਇਆ ਇਸ ਗੱਲ ਨੂੰ ਕਦੇ ਸਮਝ ਨਹੀਂ ਸਕਿਆ ਵੀ ਰੱਬ ਮੇਰਾ ਮਿੱਤਰ ਮੇਰੇ ਨਾਲ ਹੈ, ਇਹਨੇ ਕਦੇ ਸਮਝਿਆ ਨਹੀਂ। ਡੋਲ ਜਾਂਦਾ ਹੈ, ਹਿਰਦਾ ਡੋਲ ਜਾਂਦਾ ਹੈ। ਸੰਸਾਰੀ ਜੀਵ ਹੈ, ਝਮੇਲਿਆਂ ਕਰਕੇ ਜਾਂ ਸਾਰੇ ਸੰਸਾਰਕ ਕਾਰਾਂ ਵਿਹਾਰਾਂ ਕਰਕੇ ਕਈ ਵਾਰ ਜਿਹੜਾ ਇਨਸਾਨ ਹੈ ਉਹਦਾ ਹਿਰਦਾ ਡੋਲ ਜਾਂਦਾ ਹੈ। ਪਰ ਜੇ ਕਿਤੇ ਵਿਸ਼ਾਲਤਾ ਨਾਲ ਜੀਵ ਸਮਝੇ ਫਿਰ ਕਦੇ ਹਿਰਦਾ ਡੋਲੇਗਾ ਨਹੀਂ। ਜਦੋਂ ਇਸ ਗੱਲ ਨੂੰ ਸਮਝ ਜਾਏਗਾ ਕਿ ਮੈਂ ਉਹ ਅਕਾਲ ਪੁਰਖ ਪਰਮੇਸ਼ਵਰ ਰਫੀਕ ਹੈ, ਉਹ ਮੇਰਾ ਮਿੱਤਰ ਹੈ, ਫਿਰ ਇਹ ਕਦੇ ਡੋਲੇਗਾ ਨਹੀਂ। ਅਤੰਦ ਹੈ, ਰੱਬ ਜੀ ਤੁਸੀਂ ਸਾਰੇ ਧੰਧਿਆਂ ਤੋਂ ਰਹਿਤ ਹੋ, ਕੋਈ ਵੀ ਧੰਧੇ ਦੇ ਅਧੀਨ ਨਹੀਂ ਹੋ। ਤੁਸੀਂ ਸਾਰੇ ਦੇ ਸਾਰੇ ਝਮੇਲਿਆਂ ਤੋਂ ਤੁਸੀਂ ਪਾਸੇ ਹੋ।
ਅਬੰਧ ਹੈ ਤੇ ਰੱਬ ਜੀ ਤੁਸੀਂ ਬੰਧਨਾਂ ਵਿੱਚ ਨਹੀਂ ਆਉਂਦੇ, ਬੰਧਨਾਂ ਤੋਂ ਰਹਿਤ ਹੋ। ਕੋਈ ਵੀ ਬੰਧਨ ਤੁਹਾਡੇ ਉੱਤੇ ਨਹੀਂ ਪੈ ਸਕਦਾ, ਚਾਹੇ ਉਹ ਮਾਇਕ ਬੰਧਨ ਹੋਵੇ ਜਾਂ ਕੋਈ ਹੋਰ ਬੰਧਨ ਹੋਵੇ। ਰੱਬ ਜੀ ਤੁਸੀਂ ਆਜ਼ਾਦ ਹਸਤੀ ਦੇ ਪ੍ਰਤੀਕ ਹੋ, ਸਾਰੇ ਬੰਧਨਾਂ ਤੋਂ ਰਹਿਤ ਹੋ। ਇੱਕ ਵੀ ਬੰਧਨ ਐਸਾ ਨਹੀਂ ਜਿਹੜਾ ਤੁਹਾਡੇ ਉੱਤੇ ਪੈ ਸਕਦਾ ਹੋਵੇ। ਅਕਾਲ ਪੁਰਖ ਪਰਮੇਸ਼ਵਰ ਜੀ ਤੁਸੀਂ ਬੰਧਨਾਂ ਤੋਂ ਰਹਿਤ ਹੋ। ਇਸ ਤਰੀਕੇ ਅੱਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪ੍ਰਭੂ ਪਰਮੇਸ਼ਵਰ ਦੇ ਕੁਝ ਕੁ ਗੁਣ ਫਿਰ ਸਾਡੇ ਸਨਮੁਖ ਰੱਖਦਿਆਂ ਹੋਇਆਂ ਉਹ ਪ੍ਰਭੂ ਦੇ ਬਾਰੇ ਵਿੱਚ ਸਾਨੂੰ ਸਮਝਾਇਆ ਕਿ ਪਰਮੇਸ਼ਵਰ ਜਿਹੜਾ ਉਹ ਆਜ਼ਾਦ ਹਸਤੀ ਦਾ ਮਾਲਕ ਹੈ। ਉਹ ਕਿਸੇ ਸੀਮਾ ਵਿੱਚ ਆਉਣ ਵਾਲਾ ਨਹੀਂ ਹੈ, ਉਹ ਸਾਰੀਆਂ ਸੀਮਾਵਾਂ ਤੋਂ ਰਹਿਤ ਹੈ। ਤੇ ਅਸੀਂ ਜਦੋਂ ਉਹਦੀ ਆਰਾਧਨਾ ਕਰਨੀ ਤੇ ਵਿਸ਼ਾਲਤਾ ਲੈ ਕੇ, ਆਪਣੀ ਮੱਤ ਨੂੰ ਵਿਸ਼ਾਲ ਬਣਾ ਕੇ ਫਿਰ ਅਸੀਂ ਆਰਾਧਨਾ ਉਹਦੀ ਕਰੀਏ। ਅਸੀਂ ਆਪਣੀ ਸੋਚ ਨੂੰ ਸੌੜੀ ਬਣਾ ਕੇ ਛੋਟੀ ਜਿਹੀ ਸੋਚ ਦੇ ਨਾਲ ਉਸ ਰੱਬ ਦੀ ਨਾਂ ਤੇ ਆਰਾਧਨਾ ਕਰ ਸਕਦੇ ਹਾਂ। ਤੇ ਛੋਟੀ ਸੋਚ ਦਾ ਨਤੀਜਾ ਤੇ ਆ ਹੀ ਹੈ ਜੋ ਅੱਜ ਸਮਾਜ ਦੇ ਹਾਲਾਤ ਬਣੇ, ਰੱਬ ਦੇ ਨਾਮ ਤੇ ਝਗੜੇ ਤੇ ਝਮੇਲੇ। ਆ ਛੋਟੀਆਂ ਸੋਚਾਂ ਦੇ ਨਤੀਜੇ ਨੇ। ਜੇ ਸੋਚ ਵੱਡੀ ਹੋ ਜਾਏ, ਵਿਸ਼ਾਲ ਹੋ ਜਾਏ, ਤੇ ਫਿਰ ਕਦੇ ਰੱਬ ਦੇ ਨਾਮ ਤੇ ਝਗੜੇ ਤੇ ਝਮੇਲੇ ਨਹੀਂ ਹੋਣਗੇ। ਇੱਕੋ ਮੈਂ ਬੇਨਤੀ ਕਰਨੀ ਕਿ ਗੁਰੂ ਨਾਨਕ ਸਾਹਿਬ ਨੇ ਰੱਬ ਦੇ ਨਾਮ ਤੇ ਜਾ ਕੇ ਕਿਸੇ ਨਾਲ ਝਗੜਾ ਤੇ ਝਮੇਲਾ ਪਾਇਆ ਸੀ? ਸੰਸਾਰਕ ਤੌਰ, ਸਰੀਰਕ ਤੌਰ ਤੇ ਜਦੋਂ ਗੁਰੂ ਨਾਨਕ ਸਾਹਿਬ ਵਿਚਰਦੇ, ਕਿਹਦੇ ਨਾਲ ਜਾ ਕੇ ਮਾਲਕ ਨੇ ਝਗੜਾ ਤੇ ਝਮੇਲਾ ਪਾਇਆ? ਜੇ ਉਹ ਗੁਰੂ ਨਾਨਕ ਸਾਹਿਬ ਜੀ ਮੁਸਲਮਾਨ ਵੀਰਾਂ ਕੋਲ ਗਏ, ਅਗਲਿਆਂ ਨੇ ਕਿਹਾ ਵੀ ਸਾਡੇ ਨਾਲ ਆਜੋ ਨਵਾਜ਼ ਅਦਾ ਕਰੋ, ਤੇ ਮਾਲਕ ਨੇ ਇਹ ਨਹੀਂ ਕਿਹਾ ਵੀ ਮੈਂ ਨਹੀਂ ਕਰਦਾ। ਸਤਿਗੁਰੂ ਕਹਿੰਦੇ ਚਲੋ। ਜੇ ਜਗਨਨਾਥਪੁਰੀ ਦੀ ਧਰਤੀ ਤੇ ਜਾਂਦੇ, ਉੱਥੇ ਜਾ ਕੇ ਉਹਨਾਂ ਨੇ ਕਿਹਾ ਜੀ ਅਸੀਂ ਆਰਤੀ ਕਰਨ ਲੱਗੇ ਹਾਂ, ਤੁਸੀਂ ਸਾਡੀ ਆਰਤੀ ਵਿੱਚ ਸਾਡੇ ਨਾਲ ਸ਼ਾਮਲ ਹੋ। ਸਤਿਗੁਰੂ ਕਹਿੰਦੇ ਵੀ ਚਲੋ। ਮਾਲਕ ਨੇ ਝਮੇਲਾ ਨਹੀਂ ਕਿਸੇ ਨਾਲ, ਕਿਉਂਕਿ ਸੋਚ ਬੜੀ ਵਿਸ਼ਾਲ ਹੈ। ਤੇ ਅਸੀਂ ਨਿੱਕੀਆਂ ਨਿੱਕੀਆਂ ਸੋਚਾਂ ਲੈ ਕੇ ਝਗੜੇ ਪਾ ਕੇ ਬੈਠੇ, ਤੁਸੀਂ ਕੀ ਕਰੀ ਜਾਂਦੇ ਹੋ, ਤੁਸੀਂ ਕੀ ਕਰੀ ਜਾਂਦੇ। ਅਸੀਂ ਇੱਥੋਂ ਤੱਕ ਹੀ ਸੀਮਤ ਹੈ। ਮਾਲਕ ਕਿਰਪਾ ਕਰਨ ਕਿਤੇ ਆਪ ਸਾਹਿਬ ਰਹਿਮਤ ਕਰਕੇ ਸਾਡੀਆਂ ਸੋਚਾਂ ਜਿਹੜੀਆਂ ਇਹਨਾਂ ਵਿੱਚ ਵੀ ਵਿਸ਼ਾਲਤਾ ਆਵੇ। ਪ੍ਰਭੂ ਦੇ ਨਾਮ ਤੇ ਅਸੀਂ ਪ੍ਰੇਮ ਨਾਲ ਬੈਠੀਏ, ਨਾ ਕਿ ਰੱਬ ਦੇ ਨਾਮ ਤੇ ਝਗੜੇ ਤੇ ਝਮੇਲੇ ਹੋਣ। ਸਾਹਿਬ ਅੱਗੇ ਅਰਜ਼ੋਈਆਂ ਅਰਦਾਸਾਂ ਨਿਤਾ ਪ੍ਰਤੀ ਕਰਦੇ ਰਿਹਾ ਕਰੋ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਅਗੰਜ ਹੈ, ਅਭੰਜ ਹੈ, ਅਚੂਜ ਹੈ,
ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।